खाक वर्गा हो दुनियादारी दे सारे ही साका विचों कोई साक नहीं मां दे साक वर्गा पुत भावे जमाने दा बॉस होवे नहीं मां दे पैरां दी खाक वर्गा कोई जन्म देने वाले दी पैर दी खाक वर्गा भी नहीं है। वो पंजवें पातशाह महाराज ने वड्याई करते हुए लिख दिता गुरदेव माता गुरदेव पिता ते श्रीमान संत बाबा नार सिंह जी किनू पिता कहते ने? श्रीमान संत बाबा कृपाल सिंह जी जिन्हां ने जीवन मार्ग दिखाया। पर दुनियावी तौर ते जेड़े तुहाडे जन्म देण वाले ने ना मां बाप ने जेड़े जन्म देण वाले ने मां बाप ने उन्हां दे उत्तों दी कोई नहीं है। उन्हां नाल मुहब्बत करो प्यार करो। दुनिया नूं कहने हो कि तेरे बिना दिल नहीं लगदा तेरे नाल बहुत प्यार है। जिन्हां ने आ लैंटर ला ला के दिते ने ना घर च किसी किराएदार नूं पुछ के देखियो की है कीमते दी। एक महीना किराया ना देइए मालकां बर्तन बाहर सुट्टे। बा पिता तेरी शान तो सदके तू लैंटर ला ला दिते। किते मां नूं कह दिया करो कोल बह के कि तुसीं साडे वास्ते बहुत कुछ कीता। पिता नूं कहो तेरे हत्थां विच छाले ने जिहड़े ये छालियां दी कीमत नहीं असीं दे सकदे। आओ रो विचार महापुरुष बैठे ने। मैं बाबा जी ने मैनू 8:30 का कहा होया 8:30 बजे सही समाप्ति हो जाएगी मेरे वालों। ते साध संग जी बाबे फरीद साहब दी माता जदों सुबह ठालदी है ना पुत उठ पढ़ियो सारे जने प्यार दे नाल पढ़ियो। बाबे फरीद साहब नूं गोद विच लैके ना उहदी अखां खुलदियां ने बंद हुंदियां ने पुत नूं इस तरह समझाउंदी है मां पढ़ियो प्यार। मत्ता देंदी है फरीद दी माता पुत सुबह दिन बाज पढ़ लै। देंदी है फरीद दी माता सुबह दिन बाज पढ़ लै। पुत सुबह दिन बाज पढ़ लै। मत्ता देंदी है फरीद दी सुबह जी नवाज पढ़ ले पुत सुबह जी नवाज पढ़ ले। पढ़ ले मत्ता देंदी है फरीद दी ओ फरीद दी माता फरीद दी
ਸੁਬਾਤੀ ਨਿਵਾਜ ਪੜ ਲੈ ਪੱਤਾ ਦੇਂਦੀ ਐ ਫਰੀਦ ਦੀ ਮਾਤਾ ਸੁਬਾਤੀ ਨਿਵਾਜ ਪੜ ਲੈ ਬਾਬੇ ਫਰੀਦ ਨੂੰ ਐਸਾ ਰੰਗ ਚਾੜ ਦਿੱਤਾ। ਫਿਰ ਜਿੰਨਾ ਚਿਰ ਮਾਂ ਜੱਗ ਤੇ ਜਿਉਂਦੀ ਰਹੀ, ਭਾਵੇਂ ਜੰਗਲਾਂ ਵਿੱਚ ਰਿਹਾ ਜਾ ਜਾ ਕੇ, ਪਰ ਫੇਰ ਵੀ ਮਾਂ ਦਾ ਪਿਆਰ ਸੀ, ਮਿਲਣ ਆਉਂਦਾ ਰਿਹਾ। ਆਉਂਦਾ ਨਾ। ਚਲੋ ਸਾਖੀ ਤਾਂ ਤੁਸੀਂ ਇੱਥੇ ਤਾਂ ਗੁਰਬਾਣੀ ਦੀਆਂ ਝੜੀਆਂ ਲੱਗੀਆਂ ਪਈਆਂ ਨੇ, ਸਤਿਪੁਰਸ਼ਾਂ ਦੀ ਮਿਹਰ ਹੈ। ਸਤਿਕਾਰਯੋਗ ਬਾਬਾ ਬਲਜੀਤ ਸਿੰਘ ਜੀ 2 ਟਾਈਮ ਕੀਰਤਨ ਦੀ ਹਾਜ਼ਰੀ ਭਰਦੇ ਨੇ, ਆਪ ਵਿਦਵਾਨ ਨੇ, ਬਹੁਤ ਕਿਰਪਾ ਉਹਨਾਂ ਤੇ। ਜਿੱਥੇ ਮਰਜੀ ਰਿਹਾ ਪਰ ਮਾਂ-ਬਾਪ ਦਾ ਪ੍ਰੇਮ ਤਾਂ ਨਹੀਂ ਛੱਡਿਆ। ਆਪਣੇ ਬੱਚਿਆਂ ਨੂੰ ਇੱਥੋਂ ਭੇਜੋ, ਇਹ ਸਿੱਖੀ ਦਾ ਕੇਂਦਰ ਹੈ, ਸਕੂਲ ਹੈ, ਇੱਥੋਂ ਸਿੱਖ ਪੈਦਾ ਹੋ ਕੇ ਨਿਕਲਣ। ਇੰਜੀਨੀਅਰਿੰਗ ਦਾ ਸਕੂਲ ਹੋਵੇ, ਇੰਜੀਨੀਅਰਿੰਗ ਕੋਈ ਬਣੇ ਨਾ। ਬੇਨਤੀ ਹੈ ਸਭ ਨੂੰ, ਗੁਰੂ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਇੰਨਾ ਕੁ ਜ਼ਰੂਰ ਵਿਦਿਆ ਵਾਸਤੇ ਭੇਜੋ, ਉਹ 5 ਬਾਣੀਆਂ ਦਾ ਨਿਤਨੇਮ ਸਿੱਖ ਲੈਣ। ਉਹਨੂੰ ਕਹਿ ਪੁੱਤ ਇੱਥੋਂ ਸੁੱਖ ਮਿਲਣਗੇ, ਇੱਥੋਂ ਵਡਿਆਈਆਂ ਮਿਲਣਗੀਆਂ। ਸਰੋ ਵਿਚਾਰ। ਫਿਰ ਬਾਬੇ ਫਰੀਦ ਸਾਹਿਬ ਬਾਣੀ ਵੱਲ, ਨਾਮ ਵੱਲ ਪ੍ਰੇਰ ਦਿੱਤਾ ਮਾਂ ਨੇ। ਸ੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਂਪੁਰਸ਼ਾਂ ਨੇ ਸ੍ਰੀਮਾਨ ਸੰਤ ਬਾਬਾ ਨਾਰ ਸਿੰਘ ਜੀਆਂ ਤੇ ਕਿਰਪਾ ਕੀਤੀ। ਉਹਨਾਂ ਨੇ ਮਿਹਰ ਕਿਰਪਾ ਕੀਤੀ ਸ੍ਰੀਮਾਨ ਸੰਤ ਬਾਬਾ ਬੰਤ ਸਿੰਘ ਜੀਆਂ ਤੇ ਫਿਰ ਜਿਹੜੀਆਂ ਅੱਗੇ ਰਹਿਮਤਾਂ ਵਰਤ ਰਹੀਆਂ ਨੇ, ਉਹ ਲੋਕੋ ਗਿਆਨ ਤੋਂ ਬਾਅਦ ਦੁਨੀਆ ਜੈ ਜੈਕਾਰਾਂ ਬਹੁਤ ਕਰਦੀ ਹੈ। ਐਂ ਕਰ ਲੈਂਦੇ ਉਹ। ਹੁਣ ਮੌਜੂਦਾ ਮੁਖੀ ਮਹਾਂਪੁਰਸ਼ ਤੁਹਾਡੇ ਕੋਲ ਪੂਰਨ ਮਹਾਂਪੁਰਸ਼ ਨੇ, ਉਹਨਾਂ ਤੋਂ ਲਾਹੇ ਲਓ। ਬੰਦਗੀ ਦੇ ਨਾਮ ਦੇ ਰਸੀਏ ਨੇ, ਉਹਨਾਂ ਨੇ ਬਖਸ਼ਾਂ ਫਿਰ ਇਹਨਾਂ ਦੇ ਕੀਤੀਆਂ ਨੇ। ਆ ਜਿਹੜੀਆਂ ਰਹਿਨਮਾਈਆਂ ਦੇ ਵਿੱਚ ਇਹ ਸਮਾਗਮ ਚੱਲ ਰਹੇ ਨੇ, ਸੋ ਆਓ, ਸਮਾਂ ਹੋ ਚੱਲਿਆ। ਕਿਉਂਕਿ ਸਤਿਕਾਰਯੋਗ ਜਹੇਦਾਰ ਜੀ ਸੰਤ ਬਾਬਾ ਕਸ਼ਮੀਰਾ ਸਿੰਘ ਮਹਾਂਪੁਰਸ਼ਾਂ ਨੇ, ਸਤਿਪੁਰਸ਼ਾਂ ਨੇ ਇੱਕੋ ਗੱਲ ਸਮਝਾਈ ਹੈ, ਤੇਰੇ ਪਿੱਛੇ ਲਿਖਿਆ ਉਧਰ ਰਾੜਾ ਸਾਹਿਬ, ਟਾਈਮ ਦਾ ਪਾਬੰਦ ਹੋਣਾ। ਜਿੱਡੇ ਮਰਜੀ ਬ੍ਰਹਮ ਗਿਆਨ ਸੁਣਾਈ ਜਾਈ, ਜੇ 5 ਮਿੰਟ 3 ਮਿੰਟ ਉੱਤੇ ਕਰ ਦਿੱਤੇ ਸਾਰਾ ਕੁਝ ਖੇ ਹੋ ਜਾਣਾ। 2 ਮਿੰਟ ਰਹਿੰਦੇ, 3 ਮਿੰਟ ਮੈਂ ਸਮਾਪਤੀ ਕਰਨ ਲੱਗਿਆ। ਸਤਿਪੁਰਸ਼ਾਂ ਦਾ ਧੰਨਵਾਦ। ਆਏ ਹੋਏ ਮਹਾਂਪੁਰਸ਼ਾਂ ਕੋਲੋਂ ਆਪਾਂ ਸਰਵਣ ਕਰੀਏ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ। ਕਿਉਂਕਿ ਸਾਧ ਸੰਗਤ ਜੀ ਜਦੋਂ ਵੀ ਆਈਏ ਅਸੀਂ, ਤੇ ਮੈਂ ਤੇ ਆਪ ਪਾਠੀਆਂ ਦੇ ਵਿੱਚ ਇੱਥੇ ਰੌਲਾ ਲਾਉਂਦੇ ਰਹੇ ਬਾਬਾ ਬੰਤ ਸਿੰਘ ਜੀ ਕੋਲ, ਉਹੀ ਰੱਖਿਆ ਵੀ ਬਾਬਾ ਅਸੀਂ ਪਾਠੀ ਆਏ ਆ ਇੱਥੇ, ਸੰਤ ਨੀ ਨਾ ਜਥੇਦਾਰ। ਕਿਉਂਕਿ ਸਾਡਾ ਸਾਰਾ ਹੀ ਜਥਾ ਤਕਰੀਬਨ 2 ਪਾਠਾਂ ਦੇ ਪਾਠੀ ਸਿੰਘ ਇੱਥੇ ਹੀ ਨੇ ਬਾਬਾ ਜੀ ਕੋਲ। ਇਹਨਾਂ ਦਾ ਹੁਕਮ ਹੈ, ਇਹਨਾਂ ਕੁ ਸਮਾਂ ਹਾਜ਼ਰੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰਸੇਵਕ ਸਿੰਘ ਜੀ ਹਲੌਰਾ ਸਾਹਿਬ, ਜੋ ਕਿ ਜਥੇਦਾਰ ਸਾਹਿਬ ਨੇ। ਮਹਾਂਪੁਰਸ਼ਾਂ ਦੇ ਨਾਲ ਪਿਆਰ ਹੈ, ਹਾਜ਼ਰੀ ਭਰੀ। ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਵੱਲੋਂ ਜੀ ਆਇਆਂ ਨੂੰ। ਸੋ ਹੁਣ ਸਾਡੇ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਰਾਜਵਿੰਦਰ ਸਿੰਘ ਜੀ ਟਿੱਬੇ ਵਾਲੇ ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕਰਨਗੇ। ਸਾਰੀਆਂ ਸਿੱਖ ਸੰਗਤਾਂ ਭਾਈ ਪ੍ਰਸ਼ਾਦਾ ਪਾਣੀ ਛਕ ਕੇ
ਗੁਰੂ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਸ਼੍ਰੀਮਾਨ ਸੰਤ ਬਾਬਾ ਰਾਜਵਿੰਦਰ ਸਿੰਘ ਜੀ ਟਿੱਬੇ ਵਾਲੇ ਆਪ ਸੰਗਤਾਂ ਨੂੰ ਕੀਰਤਨ ਗੁਰਬਾਣੀ ਸੁਣਾ ਕੇ ਨਿਹਾਲ ਕਰਨਗੇ। ਆਓ ਸਾਰੇ ਸਾਧ ਸੰਗਤ ਜੀ ਰੋਜ਼ਾਨਾ ਦੀ ਤਰ੍ਹਾਂ ਲਾਹੇ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਚਰਨੀ ਚਿਤ ਲਾ ਲੈ ਮੇਰੇ ਮਨ, ਹਰ ਚਰਨੀ ਚਿਤ ਲਾ ਲੈ। ਹਰ ਚਰਨੀ ਚਿਤ ਲਾ ਲੈ ਮੇਰੇ ਮਨ, ਹਰ ਚਰਨੀ ਚਿਤ ਲਾ ਲੈ। ਹਰ ਚਰਨੀ ਚਿਤ ਲਾ ਲੈ ਮੇਰੇ ਮਨ, ਹਰ ਚਰਨੀ ਚਿਤ ਲਾ ਲੈ। ਹਰ ਚਰਨੀ ਚਿਤ ਲਾ ਲੈ ਮੇਰੇ ਮਨ, ਹਰ ਚਰਨੀ ਚਿਤ ਲਾ ਲੈ। ਚਰਨੀ ਚਿਤ ਲਾ ਲੈ ਮੇਰੇ ਮਨ, ਹਰ ਚਰਨੀ ਚਿਤ ਲਾ ਲੈ।
ਹਰ ਚਰਨੀ ਚਿਤ ਲਾ ਲੈ ਮੇਰੇ ਮਨ ਹਰ ਚਰਨੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਨੀ 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 ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਨੀ 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 ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਨੀ ਚਿਤ ਲਾ ਲੈ ਮੇਰੇ ਮਨ ਹਰ ਚਰਨੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਨੀ ਚਿਤ ਲਾ ਲੈ ਮੇਰੇ ਮਨ ਹਰ ਚਰਨੀ ਚਿਤ ਲਾ ਲੈ ਹਰ ਚਰਨੀ ਚਿਤ ਲਾ ਲੈ ਮੇਰੇ ਮਨ ਹਰ ਚਰਨੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਹਰ ਚਰਣੀ ਚਿਤ ਲਾ ਲੈ ਮੇਰੇ ਮਨ ਹਰ ਚਰਣੀ ਚਿਤ ਲਾ ਲੈ ਆਇਆ ਦੂਰੋਂ ਚੱਲ ਕੇ ਮੈਂ ਆਇਆ ਦੂਰੋਂ ਚੱਲ ਕੇ ਆਇਆ ਦੂਰੋਂ ਚੱਲ ਕੇ ਮੈਂ ਆਇਆ ਦੂਰੋਂ ਚੱਲ ਕੇ ਆਇਆ ਦੂਰੋਂ ਚੱਲ ਕੇ ਮੈਂ ਆਇਆ ਦੂਰੋਂ ਚੱਲ ਕੇ ਤੱਕੀ ਤੋਂ ਸਰਣਾਏ ਜੀਉ ਤੱਕੀ ਤੋਂ ਸਰਣਾਏ ਜੀਉ ਤੱਕੀ ਤੋਂ ਸਰਣਾਏ ਜਿਉ ਤੱਕੀ ਤੋਂ ਸਰਣਾਏ ਜਿਉ ਕੀ ਤੋਂ ਸਰਨਾਏ ਜਿਉ ਕੀ ਤੋਂ ਸਰਨਾਏ ਜਿਉ ਮੈਂ ਆਸਾ ਰੱਖੀ ਜਿੱਤ ਮੈਂ ਆਸਾ ਰੱਖੀ ਜਿੱਤ ਮੈਂ ਆਸਾ ਰੱਖੀ ਚਿਤ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜੀਉ ਮੇਰਾ ਸਭੇ ਦੁੱਖ ਗਵਾਏ ਜੀਉ ਦੁੱਖ ਗਵਾਏ ਜਿਉ ਮੇਰਾ ਸਭੇ ਦੁੱਖ ਗਵਾਏ ਜਿਉ ਸਭੇ ਦੁੱਖ ਗਵਾਏ ਜਿਉ ਮੇਰਾ ਸਭੇ ਦੁੱਖ ਗਵਾਏ ਜਿਉ ਮੁੜ ਕੇ ਹੱਥ ਆਉਣਾ ਨੀ
ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨੀ ਬਈ ਇੱਕ ਵਾਰੀ ਲੰਘਿਆ ਵੇਲਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਇੱਕ ਵਾਰੀ ਲੰਘਿਆ ਵੇਲਾ ਇੱਕ ਵਾਰੀ ਲੰਘਿਆ ਵੇਲਾ ਇੱਕ ਵਾਰੀ ਲੰਘਿਆ ਵੇਲਾ ਵਾਰੀ ਲੰਘਿਆ ਵੇਲਾ ਇੱਕ ਵਾਰੀ ਲੰਘਿਆ ਵੇਲਾ ਇੱਕ ਵਾਰੀ ਲੰਘਿਆ ਵੇਲਾ ਇੱਕ ਵਾਰੀ ਲੰਘਿਆ ਵੇਲਾ ਵਾਰੀ ਲੰਘਿਆ ਵੇਲਾ ਇੱਕ ਵਾਰੀ ਲੰਘਿਆ ਵੇਲਾ ਇੱਕ ਵਾਰੀ ਲੰਘਿਆ ਵੇਲਾ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨੀ ਵੀ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨੀ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਾਧ ਸੰਗਤ ਜੀਓ, ਬਹੁਤ ਹੀ ਉੱਤਮ ਭਾਗ ਨੇ। ਕਈ ਰੋਜ਼ ਤੋਂ ਲੈ ਕਰਕੇ ਮਹਾਂਪੁਰਖਾਂ ਦੀ ਸਾਲਾਨਾ ਯਾਦ ਅੰਦਰ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪ ਸੰਗਤਾਂ ਰੋਜ਼ਾਨਾ ਹੀ ਕਥਾ ਕੀਰਤਨ ਗੁਰਬਾਣੀ ਦੇ ਨਾਲ ਜੁੜਦੇ ਹੋ, ਵਿਚਾਰਾਂ ਦੀ ਸਾਂਝ ਪੈਂਦੀ ਹੈ। ਔਰ ਜਿਤਨੀ ਸੰਗਤ ਮਾਈ ਭਾਈ ਆਪ ਪਹੁੰਚੇ ਹੋ, ਸਾਰੀ ਸੰਗਤ ਦੋਵੇਂ ਹੱਥ ਜੋੜ ਕਰਕੇ, ਦੋਵੇਂ ਹੱਥ ਜੋੜੋ ਸਾਰੇ ਭਾਈ, ਸ਼ੀਸ਼ ਝੁਕਾ ਕੇ ਫਤਿਹ ਦੀ ਸਾਂਝ ਪਾਈਏ। ਕੋਈ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਗੱਜ ਵੱਜ ਕੇ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਮਹਾਨ ਬਖਸ਼ ਕੀਤੀ ਹੈ। ਦਾਸ ਤੋਂ ਪਹਿਲਾਂ ਬਾਬਾ ਗੁਰਸੇਵਕ ਸਿੰਘ ਜੀ, ਜੋ ਕਿ ਲਾਹੌਰਾ ਸਾਹਿਬ ਵਾਲੇ ਮਹਾਂਪੁਰਸ਼ ਬਾਬਾ ਕਸ਼ਮੀਰਾ ਸਿੰਘ ਜੀ, ਉਹਨਾਂ ਮਹਾਂਪੁਰਸ਼ਾਂ ਦੇ ਜਥੇਦਾਰ ਹਾਜ਼ਰੀ ਭਰ ਰਹੇ ਸੀ। ਬੜਾ ਰਸ ਭਿੰਨਾ ਕੀਰਤਨ, ਬੜੀ ਕਿਰਪਾ ਸਤਿਗੁਰਾਂ ਦੀ। ਬਾਬਾ ਫਰੀਦ ਜੀ ਦੀ ਬਾਣੀ ਔਰ ਉਹਨਾਂ ਦੇ ਇਤਿਹਾਸ ਦੇ ਨਾਲ ਜੋੜ ਰਹੇ ਸੀ। ਬੜਾ ਆਨੰਦ ਆ ਰਿਹਾ ਸੀ। ਔਰ ਸਮੇਂ ਦੇ ਵੀ ਪੱਕੇ ਨੇ, ਪੂਰੇ ਸਮੇਂ ਤੇ ਹਾਜ਼ਰੀ ਭਰ ਕੇ ਸਮਾਪਤੀ ਕੀਤੀ ਹੈ ਬਾਬਾ ਜੀ ਨੇ। ਸੋ ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਆਓ ਆਪਣੇ ਮਨ ਨੂੰ ਇਕਾਗਰ ਕਰੋ ਸਾਰੇ, ਕਿਉਂਕਿ ਸਾਰੀ ਖੇਡ ਮਨ ਦੀ ਆ ਭਾਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜਿਤਨੀ ਬਾਣੀ ਹੈ, ਸਾਰੀ ਮਨ ਨੂੰ ਸਮਝਾਉਣ ਵਾਸਤੇ ਹੈ। ਜੋ ਆ ਉਪਰਾਲਾ ਹੋ ਰਿਹਾ ਹੈ ਮਹਾਂਪੁਰਸ਼ਾਂ ਵੱਲੋਂ, ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ, ਇਹ ਵੀ ਉਪਰਾਲਾ ਮਨ ਨੂੰ ਜੋੜਨ ਦਾ ਹੈ ਵੀ ਜੀਵ ਦਾ ਮਨ ਕਿਸੇ ਨਾ ਕਿਸੇ ਤਰ੍ਹਾਂ ਸਤ ਸੰਗਤ ਦੇ ਵਿੱਚ ਜੁੜ ਜਾਵੇ। ਕਬੀਰ ਮਹਾਰਾਜ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਬੀਰ
ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਸਤ ਸੰਗਤ ਦੇ ਵਿੱਚ ਬੈਠਣ ਦਾ ਲਾਭ ਹੀ ਲਾਭ ਹੈ, ਕੋਈ ਨੁਕਸਾਨ ਨਹੀਂ ਹੈ। ਦੁਨੀਆ ਦੇ ਵਿੱਚ ਵਿਚਰਦੇ ਆਂ, ਗੱਲਾਂ ਕਰਦੇ ਆਂ, ਵਿਚਾਰਾਂ ਕਰਦੇ ਆਂ, ਕੋਈ ਰਸਨਾ ਦੇ ਵਿੱਚੋਂ, ਜ਼ੁਬਾਨ ਦੇ ਵਿੱਚੋਂ ਐਸੀ ਗੱਲ ਨਿਕਲ ਜਾਂਦੀ ਆ ਜਿਹਦੇ ਨਾਲ ਲੜਾਈਆਂ ਪੈ ਜਾਂਦੀਆਂ ਨੇ, ਝਗੜੇ ਹੋ ਜਾਂਦੇ ਹੈ, ਵਾਦ ਵਿਵਾਦ ਛਿੜ ਜਾਂਦੇ ਆ। ਪਰ ਜਦੋਂ ਪਿਆਰਿਓ ਆਪਾਂ ਸਤ ਸੰਗਤ ਦੇ ਵਿੱਚ ਬੈਠਦੇ ਆਂ, ਇੱਥੇ ਸੱਚ ਦੀ ਗੱਲ ਹੁੰਦੀ ਹੈ। ਸੱਚ ਕੌਣ ਹੈ? ਪਰਿਪੂਰਨ ਪਰਮਾਤਮਾ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਆਪਾਂ ਇੱਥੇ ਬੈਠ ਕੇ ਸੱਚ ਨਾਲ ਜੁੜਦੇ ਹਾਂ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾ। ਟੋਏ ਟਿੱਬੇ ਕਿਹੜੇ ਨੇ ਸਾਧ ਸੰਗਤ ਜੀ? ਸਤਿਗੁਰੂ ਮਹਾਰਾਜ ਜੀ ਟੋਏ ਟਿੱਬੇ ਲਾਉਂਦੇ ਨੇ ਸਾਡੇ। ਊਚ ਨੀਚਤਾ ਵਾਲੇ, ਭੇਦ ਭਾਵ ਵਾਲੇ, ਆਹ ਮੈਤੋਂ ਅਮੀਰ ਹੈ, ਆਹ ਮੈਤੋਂ ਗਰੀਬ ਹੈ, ਆਹ ਜਾਤੀ ਕਰਕੇ ਨੀਵਾਂ ਹੈ, ਆਹ ਜਾਤੀ ਕਰਕੇ ਉੱਚਾ ਹੈ, ਇਹ ਟੋਏ ਟਿੱਬੇ ਨੇ। ਜਿੰਨਾ ਚਿਰ ਅਸੀਂ ਇਹਨਾਂ ਟੋਏ ਟਿੱਬਿਆਂ ਦੇ ਵਿੱਚੋਂ ਨਹੀਂ ਨਿਕਲਦੇ, ਉਹਨਾਂ ਚਿਰ ਗੁਰੂ ਮਹਾਰਾਜ ਜੀ ਦੀ ਕਿਰਪਾ ਨਹੀਂ ਹੁੰਦੀ। ਬਹੁਤੇ ਲੋਕ ਤਾਂ ਇਹਨਾਂ ਗੱਲਾਂ ਦੇ ਵਿੱਚ ਹੀ ਫਸੇ ਪਏ ਨੇ। ਜਿੰਨਾ ਸਮਾਂ ਅਸੀਂ ਇਹਨਾਂ ਗੱਲਾਂ ਚੋਂ ਨਹੀਂ ਨਿਕਲਦੇ, ਉਹਨਾਂ ਚਿਰ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੋ ਸਕਦੀ। ਇੱਥੇ ਬੈਠ ਕੇ, ਸਤ ਸੰਗਤ ਦੇ ਵਿੱਚ ਬੈਠ ਕੇ, ਤਨ ਰੂਪੀ ਖੇਤ ਪੱਧਰਾ ਹੁੰਦਾ ਹੈ। ਜਿਹੜਾ ਖੇਤ ਪੱਧਰਾ ਹੋਵੇ, ਉੱਥੇ ਫਸਲ ਦਾ ਝਾੜ ਵੀ ਵਧੀਆ ਨਿਕਲਦਾ ਹੈ। ਜੇ ਖੇਤ ਦੇ ਵਿੱਚ ਟੋਏ ਨੇ, ਟਿੱਬੇ ਨੇ, ਤਾਂ ਸਾਧ ਸੰਗਤ ਜੀ ਫਸਲ ਪੂਰੀ ਨਹੀਂ ਨਿਕਲਦੀ। ਇਸੇ ਤਰ੍ਹਾਂ ਮਨ ਦੀ ਅਵਸਥਾ ਹੈ। ਜਿੰਨਾ ਚਿਰ ਸਾਡਾ ਮਨ ਪੱਧਰਾ ਨਹੀਂ ਹੁੰਦਾ, ਉਹਨਾਂ ਚਿਰ ਕਿਰਪਾ ਨਹੀਂ ਹੋ ਸਕਦੀ। ਕਿਰਪਾ ਕਦੋਂ ਹੁੰਦੀ ਆ? ਜਦੋਂ ਮਨ ਪੱਧਰ ਹੋ ਜਾਂਦਾ ਹੈ। ਆਪਾਂ ਸਾਰੇ ਮਨ ਪੱਧਰ ਕਰਨ ਵਾਸਤੇ ਆਉਂਦੇ ਆ ਸਤ ਸੰਗਤ ਦੇ ਵਿੱਚ, ਵੀ ਇਹ ਭੇਦ ਭਾਵ ਵਾਲੇ, ਊਚ ਨੀਚਤਾ ਵਾਲੇ ਟੋਏ ਟਿੱਬੇ ਲੈ ਜਾਣ। ਇਹੀ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰਿਆ ਕਰੋ ਭਾਈ, ਕਿਉਂਕਿ ਇਹੀ ਸਮਾਂ ਹੈ। ਮਹਾਰਾਜ ਜੀ ਕਹਿੰਦੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀਆ। ਬੜਿਓ ਪਿਆਰ ਦੇ ਨਾਲ ਸਾਰੇ, ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣੇ ਦੀ, ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣੇ ਦੀ, ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣੇ ਦੀ, ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣੇ ਦੀ। ਤੇਰੀ ਵਾਰੀ ਹੈ ਗੋਬਿੰਦ ਮਿਲਣੇ ਦੀ, ਤੇਰੀ ਵਾਰੀ ਹੈ ਗੋਬਿੰਦ ਮਿਲਣੇ ਦੀ। ਗੋਬਿੰਦ ਜੀ ਮਿਲਣੇ ਦੀ, 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 ਗੋਬਿੰਦ ਜੀ
ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਜਦੋਂ ਇਸ ਗੱਲ ਦੀ ਸਮਝ ਆ ਗਈ ਇਨਸਾਨ ਨੂੰ, ਫਿਰ ਇਨਸਾਨ ਬੁਰੇ ਕਰਮ ਨਹੀਂ ਕਰਦਾ, ਬੁਰੇ ਪਾਸੇ ਨਹੀਂ ਜਾਂਦਾ। ਬੁਰੇ ਕਰਮ ਉਹੀ ਕਰਦਾ ਜਿਹਨੂੰ ਇਸ ਗੱਲ ਦੀ ਸੂਝੀ ਨਹੀਂ ਹੈ, ਇਸ ਜੀਵਨ ਬਾਰੇ ਗਿਆਨ ਨਹੀਂ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ ਮਹਾਰਾਜ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਨੇ। ਗੁਰੂ ਸਾਹਿਬ ਦਾ ਅਨੰਨ ਸ਼ਰਧਾਲੂ ਸੇਵਕ, ਜਿਸ ਦੀ ਹਰ ਸਮੇਂ ਸਮਾਧੀ ਲੱਗੀ ਰਹਿੰਦੀ ਹੈ, ਜਿਹੜਾ ਇਸ ਗੱਲ ਦਾ ਧਾਰਨੀ ਹੈ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਸਵਾਸ ਸਵਾਸ ਦੇ ਨਾਲ ਸਿਮਰਨ ਕਰਦਾ ਔਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਧਿਆਨ ਆਪਣੇ ਮਨ ਦੇ ਵਿੱਚ ਧਰਦਾ ਹੈ। ਤੇ ਸਾਧ ਸੰਗਤ ਜੀ, ਸਮਾਧੀ ਲੱਗੀ ਹੈ, ਜੰਗਲ ਦੇ ਵਿੱਚ ਬੈਠਾ ਪਰਮਾਤਮਾ ਦਾ ਧਿਆਨ ਧਰਿਆ ਹੋਇਆ ਸਿਮਰਨ ਕਰਦਾ ਹੈ। ਔਰ ਉਸੇ ਰਸਤੇ ਦੇ ਵਿੱਚੋਂ ਇੱਕ ਡਾਕੂ ਲੰਘਿਆ ਜਿਹਦਾ ਨਾਮ ਹੈ ਲੱਖੂ ਧਾੜਵੀ। ਕੰਮ ਕੀ ਆ? ਡਾਕੇ ਮਾਰਨਾ, ਲੋਕਾਂ ਨੂੰ ਲੁੱਟਣਾ, ਬੁਰੇ ਕਰਮ ਕਰਨਾ, ਇਹ ਉਹਦਾ ਕਰਮ ਹੈ। ਲੰਘਿਆ ਜਾਂਦਾ ਹੈ ਔਰ ਭਾਈ ਪ੍ਰਾਣਾ ਜੀ ਨੂੰ, ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਨੰਨ ਸ਼ਰਧਾਲੂ ਸੀ, ਜਦੋਂ ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ, ਖੜਾਕ ਹੋਈ, ਲੰਘਿਆ ਜਾਂਦਾ ਰਸਤੇ ਚੋਂ, ਤਾਂ ਉਹਨਾਂ ਦਾ ਧਿਆਨ ਗਿਆ ਵੀ ਕੋਈ ਜਾ ਰਿਹਾ ਹੈ। ਹੱਥ ਦੇ ਵਿੱਚ ਕਹਾੜੀ ਫੜੀ ਹੋਈ ਆ, ਟਾਕੂਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਹੁਣ ਧਿਆਨ ਗਿਆ ਭਾਈ ਪ੍ਰਾਣਾ ਜੀ ਦਾ ਵੀ ਇਹ ਤਾਂ ਕੋਈ ਡਾਕੂ ਲੱਗਦਾ, ਇਹ ਤਾਂ ਚੋਰ ਲੱਗਦਾ ਕੋਈ। ਤੇ ਸਾਧ ਸੰਗਤ ਜੀ, ਗੁਰੂ ਸਾਹਿਬ ਦੀ ਜਿਹਤੇ ਕਿਰਪਾ ਹੋ ਗਈ, ਉਹਨਾਂ ਦੇ ਜੀਵਨ ਬਦਲ ਜਾਂਦੇ ਆ। ਸੱਜਣ ਠੱਗ ਦਾ ਜੀਵਨ ਬਦਲਿਆ ਕਿ ਨਹੀਂ ਮਹਾਰਾਜ ਜੀ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ। ਜਿਹੜਾ ਵੀ ਉਹਦੀ ਸਰਾਂ ਦੇ ਵਿੱਚ ਆ ਜਾਂਦਾ ਸੀ, ਉਹਨੂੰ ਜ਼ਹਿਰ ਦੇ ਕੇ ਲੁੱਟ ਲੈਂਦਾ ਸੀ, ਮਾਰ ਦਿੰਦਾ ਸੀ। ਉਹਦਾ ਕੰਮ ਹੀ ਇਹੀ ਸੀ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਗਏ ਤੇ ਸਾਧ ਸੰਗਤ ਜੀ, ਉਹਦਾ ਜੀਵਨ ਬਦਲ ਗਿਆ। ਹੁਣ ਆਵਾਜ਼ ਮਾਰੀ ਭਾਈ ਪ੍ਰਾਣਾ ਜੀ ਨੇ, ਕਹਿੰਦੇ ਭਾਈ ਰੁਕ ਜਾ। ਰੁਕ ਗਿਆ, ਕੋਲੇ ਆ ਗਿਆ। ਹਾਂ ਬਈ, ਕੀ ਕੰਮ ਆ ਤੈਨੂੰ, ਮੇਰੇ ਤੱਕ ਕੀ ਮਤਲਬ ਹੈ? ਹੁਣ ਸਾਧ ਸੰਗਤ ਜੀ, ਪਿਛਲਾ ਕੋਈ ਕਰਮ ਜਾਗ ਪਿਆ ਉਹਦਾ, ਕਿਉਂਕਿ ਕਰਮਾਂ ਤੋਂ ਬਿਨਾਂ ਸੰਗਤ ਨਹੀਂ ਹੁੰਦੀ ਸਾਧੂਆਂ ਦੀ। ਵੱਡੇ ਕਰਮਾਂ ਦੇ ਨਾਲ ਸੰਗਤ ਹੁੰਦੀ ਆ ਮਹਾਂਪੁਰਸ਼ਾਂ ਦੀ। ਹੁਣ ਪਿਛਲਾ ਕਰਮ ਉਹਦਾ ਜਾਗ ਪਿਆ। ਪਹਿਲਾਂ ਤਾਂ ਆਕੜ ਕੇ ਜੀ ਬੋਲਿਆ, ਹਾਂ ਬਈ ਦੱਸ ਕੀ ਕੰਮ ਆ ਤੈਨੂੰ ਮੇਰੇ ਤੱਕ। ਤੇ ਭਾਈ ਪ੍ਰਾਣਾ ਜੀ ਨਿਮਰਤਾ ਵਾਲੇ ਸੀ, ਮਿੱਠੀ ਬੋਲੀ ਵਾਲੇ ਸੀ, ਕਿਉਂਕਿ ਜਿਹਨੇ ਗੁਰੂਆਂ ਦੀ ਸੰਗਤ ਕੀਤੀ ਹੁੰਦੀ ਆ ਸਾਧ ਸੰਗਤ ਜੀ, ਉਹਨਾਂ ਦੀ ਰਸਨਾ ਤੇ ਪ੍ਰਮਾਤਮਾ ਬੋਲਦਾ ਹੁੰਦਾ। ਭਾਈ ਪ੍ਰਾਣਾ ਜੀ ਦੀ ਰਸਨਾ ਦੇ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਾਸ ਹੈ, ਕਿਉਂਕਿ ਸੁਖਮਣੀ ਸਾਹਿਬ ਦੇ ਪਾਠ ਕਰਦੇ ਸੀ, ਬਾਣੀ ਪੜ੍ਹਦੇ ਸੀ। ਜਿਹੜਾ ਜੀਵ ਬਾਣੀ ਪੜ੍ਹਦਾ, ਜੇ ਜਪਜੀ ਸਾਹਿਬ ਦੀ ਬਾਣੀ ਪੜਾਂਗੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਾਸ ਰਸਨਾ ਤੇ ਹੋ ਜਾਂਦਾ। ਸੁਖਮਣੀ ਸਾਹਿਬ ਦੀ ਬਾਣੀ ਪੜੋ, ਗੁਰੂ ਅਰਜਨ ਦੇਵ ਮਹਾਰਾਜ ਜੀ ਰਸਨਾ ਤੇ ਵਾਸਾ ਕਰਦੇ ਐ। ਚੌਪਈ ਸਾਹਿਬ ਦੀ ਬਾਣੀ ਪੜੋ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਸਨਾ ਤੇ ਵਾਸ ਕਰਦੇ ਆ। ਬਾਣੀ ਪੜ੍ਹ ਕੇ ਤਾਂ ਦੇਖੋ ਪਿਆਰਿਓ, ਪੜੋ ਤਾਂ ਸਹੀ ਬਾਣੀ। ਐਵੇਂ ਥੋੜੀ ਕਿਹਾ ਮਹਾਰਾਜ ਜੀ ਨੇ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੀ। ਭਾਈ ਪ੍ਰਾਣਾ ਜੀ ਬਾਣੀ ਪੜਨ ਵਾਲੇ, ਤੇ ਸਾਧ ਸੰਗਤ ਜੀ ਬਾਣੀ ਵੀ
ਜਿਹੜਾ ਬਾਣੀ ਪੜ੍ਹਦਾ ਹੈ ਉਹਨੂੰ ਨਾਮ ਦੀ ਖੁਮਾਰੀ ਚੜੀ ਰਹਿੰਦੀ ਹੈ। ਪੜ੍ਹਿਓ ਪਿਆਰ ਦੇ ਨਾਲ ਸਾਰੇ। ਚੜੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ। 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 ਨਾਮ ਦੀ ਖੁਮਾਰੀ ਚੜੀ ਹੋਈ ਆ ਗੁਰਮੁਖ ਪਿਆਰਿਓ। ਹਰ ਸਮੇਂ ਸਿਮਰਨ ਕਰਨ ਵਾਲੀ ਰੂਹ ਜਦੋਂ ਪਿਆਰ ਦੇ ਨਾਲ ਬੋਲੇ। ਹੁਣ ਮਨ ਦੇ ਵਿੱਚ ਆਇਆ ਵੀ ਮੈਂ ਤਾਂ ਬੜੇ ਗੁੱਸੇ ਦੇ ਨਾਲ ਬੋਲਦਾ, ਇਹਨਾਂ ਨੂੰ ਤਾਂ ਗੁੱਸਾ ਹੀ ਨਹੀਂ ਆਇਆ, ਕਿਉਂਕਿ ਨਿਮਰਤਾ ਸੀ ਮਨ ਦੇ ਵਿੱਚ। ਹੁਣ ਮਨ ਨੇ ਗੇੜਾ ਖਾਦਾ ਮਨਾ, ਤੇ ਹੁਣ ਥੋੜਾ ਜਿਹਾ ਮਨ ਬਦਲ ਗਿਆ। ਕਹਿੰਦਾ ਦੱਸੋ ਜੀ ਕੀ ਕੰਮ ਹੈ? ਭਾਈ ਪ੍ਰਾਣਾ ਜੀ ਕਹਿੰਦੇ ਕੌਣ ਹੈ? ਡਾਕੂ ਹੈ, ਡਾਕੇ ਮਾਰਦਾ। ਕਹਿੰਦਾ ਹਾਂ ਮੇਰਾ ਕਰਮ ਇਹੀ ਹੈ, ਲੋਕਾਂ ਨੂੰ ਲੁੱਟਣਾ, ਡਾਕੇ ਮਾਰਨੇ। ਤੈਂ ਮੇਰੇ ਤੋਂ ਕੀ ਲੈਣਾ ਹੈ? ਭਾਈ ਪ੍ਰਾਣਾ ਜੀ ਕਹਿੰਦੇ ਕਿਹਦੇ ਵਾਸਤੇ ਡਾਕੇ ਮਾਰਦਾ? ਕਹਿੰਦਾ ਪਰਿਵਾਰ ਵਾਸਤੇ, ਬੱਚੇ ਨੇ, ਘਰ ਵਾਲੀ ਆ, ਉਹਨਾਂ ਵਾਸਤੇ ਡਾਕੇ ਮਾਰਦਾ ਹੈ। ਭਾਈ ਪ੍ਰਾਣਾ ਜੀ ਕਹਿੰਦੇ ਬਈ ਮੈਨੂੰ ਇੱਕ ਗੱਲ ਦੱਸ, ਬਈ ਜਦੋਂ ਤੇਰਾ ਅੰਤਮ ਸਮਾਂ ਆ ਗਿਆ, ਤੇਰੇ ਬੱਚਿਆਂ ਨੇ ਤੇਰਾ ਸਾਥ ਦੇਣਾ, ਘਰ ਵਾਲੀ ਨੇ ਤੇਰਾ ਸਾਥ ਦੇਣਾ, ਮਾੜਾ ਜਿਹਾ ਮਨ ਦੇ ਵਿੱਚ ਝਾਤੀ ਮਾਰ ਕੇ ਦੇਖ। ਤੇ ਸਾਧ ਸੰਗਤ ਜੀ ਜਦੋਂ ਇੰਨੀ ਗੱਲ ਆਖੀ ਨਾ ਵੀ ਮਨ ਦੇ ਵਿੱਚ ਝਾਤੀ ਮਾਰ ਕੇ ਦੇਖ, ਕੋਈ ਮੋੜਨ ਵਾਲਾ ਚਾਹੀਦਾ ਮਨ ਦੀਆਂ ਬਾਗਾਂ ਨੂੰ। ਗੁਰਮੁਖ ਪਿਆਰਿਓ ਮੁੜ ਜਾਂਦਾ ਇਨਸਾਨ ਜਦੋਂ ਗੁਰੂ ਸਾਹਿਬ ਮਾਰਦੇ ਨਾ ਤੀਰ, ਕਸ ਕਸ ਕੇ ਨਿਸ਼ਾਨੇ ਮਾਰਦੇ ਆ, ਮੁੜ ਜਾਂਦਾ। ਬੜੇ ਬੜੇ ਮੁੜ ਗਏ। ਹੁਣ ਜਦੋਂ ਇੰਨੀ ਗੱਲ ਆਖੀ ਵੀ ਗੱਲ ਤਾਂ ਠੀਕ ਹੈ ਵੀ ਆਪਣਾ ਤਾਂ ਕੋਈ ਸਾਥੀ ਨਹੀਂ, ਕੋਈ ਸੰਗੀ ਨਹੀਂ, ਕਿਸੇ ਨੇ ਆਪਣਾ ਹਿਸਾਬ ਕਿਤਾਬ, ਕਿਸੇ ਨੇ ਲੇਖਾ ਆਪਣਾ ਨਹੀਂ ਦੇਣਾ, ਆਪਾਂ ਨੂੰ ਆਪਣਾ ਲੇਖਾ ਆਪ ਹੀ ਦੇਣਾ ਪੈਣਾ। ਤੇ ਸਾਧ ਸੰਗਤ ਜੀ ਇਹ ਕੋਈ ਪੇਪਰ ਤਾਂ ਹੈ ਨਹੀਂ। ਕਈ ਲੋਕ ਐਂ ਕਰਦੇ ਆ, ਪੇਪਰ ਦੇਣ ਜਾਂਦਾ ਉਹਦੀ ਥਾਂ ਤੇ ਹੋਰ ਹੀ ਪੇਪਰ ਦੇ ਆਉਂਦਾ, ਤੇ ਜਦੋਂ ਫਸ ਜਾਂਦਾ ਫਿਰ ਉਹਦੀ ਸਜ਼ਾ ਵੀ ਹੈ, ਉਹਦੀ ਜੇਲ੍ਹ ਵੀ ਹੈ। ਕਿਸੇ ਦੇ ਥਾਂ ਤੇ ਕੋਈ ਥੋੜੀ ਜਾ ਸਕਦਾ। ਹੁਣ ਮਨ ਦੇ ਵਿੱਚ ਸੋਚਦਾ ਵੀ ਨਹੀਂ, ਜਿਹੜਾ ਲੇਖਾ ਜੋਖਾ ਉਹ ਆਪ ਨੂੰ ਦੇਣਾ ਪੈਣਾ, ਜਿਹੜੀ ਗੱਲ ਭਾਈ ਪ੍ਰਾਣਾ ਜੀ ਨੇ ਆਖੀ। ਹੁਣ ਸਾਧ ਸੰਗਤ ਜੀ ਜਦੋਂ ਬਾਣ ਮਾਰਿਆ ਨਾ, ਬਾਣ ਇੰਨੇ ਨਾਲ ਹੀ ਥੋੜਾ ਜਿਹਾ ਮਨ ਨੇ ਮੋੜਾ ਖਾਦਾ, ਤੇ ਉਹ ਮਿੱਠੀਆਂ ਗੱਲਾਂ ਕਰਦੇ ਨੇ, ਬਾਣੀ ਦੀਆਂ ਗੱਲਾਂ ਕਰਦੇ ਨੇ, ਤੇ ਲੱਖੂ ਧਾੜ ਵੀ ਬਦਲੀ ਜਾਂਦਾ ਜਿਉਂ-ਜਿਉਂ ਵਿਚਾਰਾਂ ਕਰਦੇ ਨੇ। ਕਿਉਂਕਿ ਸਤ ਸੰਗਤ ਹੋਣ ਲੱਗ ਗਈ। ਸਤ ਸੰਗਤ ਇਹ ਨਹੀਂ ਵੀ ਕੋਈ 150 ਬੰਦਾ ਚਾਹੀਦਾ ਤਾਂ ਸਤ ਸੰਗ ਹੁੰਦੀ ਹੈ। ਸਤ ਸੰਗਤ ਤਾਂ ਗੁਰਮੁਖ ਪਿਆਰਿਓ 2 ਜਾਣੇ ਬੈਠ ਜਾਣ, ਗੁਰੂ ਦੀਆਂ ਗੱਲਾਂ ਕਰਨ, ਤੇ ਗੁਰਮੁਖ ਪਿਆਰਿਓ ਉਹ ਵੀ ਸਤ ਸੰਗ ਹੁੰਦੀ ਹੈ। ਕਿਉਂਕਿ ਉਹ ਤਾਂ ਲੱਗਦਾ ਵੀ ਜਾਨੋਂ ਵੱਧ ਪਿਆਰਾ, ਗੱਲਾਂ ਜੋ ਸੁਣਾਵੇ ਤੇਰੀਆਂ, ਉਹ ਤਾਂ ਲੱਗਦਾ ਏ ਜਾਨੋਂ ਵੱਧ ਪਿਆਰਾ, ਗੱਲਾਂ ਜੋ ਸੁਣਾਵੇ ਤੇਰੀਆਂ, ਉਹ ਤਾਂ ਲੱਗਦਾ ਏ ਜਾਨੋਂ ਵੱਧ ਪਿਆਰਾ, ਗੱਲਾਂ ਜੋ ਸੁਣਾਵੇ ਤੇਰੀਆਂ।
ਗੱਲਾਂ ਜੋ ਸੁਣਾਵੇ ਤੇਰੀਆਂ ਪਿਆਰਿਓ, ਗੱਲਾਂ ਜੋ ਸੁਣਾਵੇ ਤੇਰੀਆਂ। ਪਿਆਰੇ ਗੱਲਾਂ ਜੋ ਸੁਣਾਵੇ ਤੇਰੀਆਂ, ਪਿਆਰੇ ਗੱਲਾਂ ਜੋ ਸੁਣਾਵੇ ਤੇਰੀਆਂ ਉਹ ਤਾਂ ਲੱਗਦਾ ਹੈ ਜਾਨੋਂ ਵੱਧ ਪਿਆਰਾ, ਕੀ ਜਾਨੋਂ ਵੱਧ ਪਿਆਰਾ। ਗੱਲਾਂ ਜੋ ਸੁਣਾਵੇ ਤੇਰੀਆਂ, ਉਹ ਤਾਂ ਲੱਗਦਾ ਹੈ ਜਾਨ ਤੋਂ ਵੀ ਪਿਆਰਾ। ਗੱਲਾਂ ਜੋ ਸੁਣਾਵੇ ਤੇਰੀਆਂ, ਉਹ ਤਾਂ ਲੱਗਦਾ ਏ ਜਾਨ ਤੋਂ ਪਿਆਰਾ। ਗੱਲਾਂ ਜੋ ਸੁਣਾਵੇ ਤੇਰੀਆਂ, ਉਹ ਤਾਂ ਲੱਗਦਾ ਏ ਜਾਨ ਤੋਂ ਪਿਆਰਾ। ਗੱਲਾਂ ਜੋ ਸੁਣਾਵੇ ਤੇਰੀਆਂ। ਜਾਏ ਜਾਨ ਤੋਂ ਪਿਆਰਾ, ਗੱਲਾਂ ਜੋ ਸੁਣਾਵੇ ਤੇਰੀਆਂ। ਉਹ ਤਾਂ ਲੱਗ ਜਾਏ ਜਾਨ ਤੋਂ ਪਿਆਰਾ, ਗੱਲਾਂ ਜੋ ਸੁਣਾਵੇ ਤੇਰੀਆਂ। ਜਿਹੜਾ ਗੁਰੂ ਦੀ ਗੱਲ ਸੁਣਾਉਂਦਾ ਹੈ, ਉਹ ਜਾਨ ਤੋਂ ਵੀ ਵੱਧ ਪਿਆਰਾ ਲੱਗਦਾ। ਜਦੋਂ ਦੋ ਜਾਣੇ ਬੈਠ ਜਾਂਦੇ ਆ ਗੁਰੂ ਦੀ ਗੱਲ ਕਰਦੇ ਆ, ਉਹ ਵੀ ਸਤਸੰਗ ਹੁੰਦੀ ਆ ਪਿਆਰੀ। ਹੁਣ ਗੁਰੂ ਦੀਆਂ ਗੱਲਾਂ ਕਰਦੇ ਆ, ਜਿਉਂ-ਜਿਉਂ ਭਾਈ ਪ੍ਰਾਣਾ ਜੀ ਗੁਰੂ ਸਾਹਿਬ ਦੀ ਗੱਲ ਕਰਦੇ ਗਏ ਔਰ ਗੁਰਬਾਣੀ ਸੁਣਾਉਂਦੇ ਗਏ, ਉਹਦਾ ਮਨ ਬਦਲ ਗਿਆ। ਭਾਈ ਪ੍ਰਾਣਾ ਜੀ ਕਹਿੰਦੇ, ਲੱਖੂ ਧਾੜ ਵੀ ਕਹਿੰਦਾ ਵੀ ਮੇਰੇ ਤੇ ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ, ਰਹਿਮਤ ਕਰ ਦਿਓ, ਮੈਨੂੰ ਜੋੜ ਲਓ ਆਪਣੇ ਨਾਲ। ਭਾਈ ਪ੍ਰਾਣਾ ਜੀ ਕਹਿੰਦੇ ਮੈਂ ਤੈਨੂੰ ਆਪਣੇ ਨਾਲ ਨਹੀਂ ਜੋੜ ਸਕਦਾ, ਮੈਂ ਤੈਨੂੰ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੇ ਲੈ ਚੱਲਦਾ, ਤੇ ਮੈਂ ਵੀ ਉਹਨਾਂ ਦੇ ਚਰਨਾਂ ਦੀ ਧੂੜੀ ਐ ਤੇ ਤੂੰ ਵੀ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾ। ਇਸੇ ਤਰ੍ਹਾਂ ਹੀ ਗੁਰਮੁਖ ਪਿਆਰਿਓ, ਰੱਬ ਦੇ ਪਿਆਰੇ ਮਹਾਂਪੁਰਸ਼ ਸੰਤ ਹੁੰਦੇ ਨੇ ਜਿਹੜੇ ਸੰਸਾਰ ਨੂੰ ਪ੍ਰਮਾਤਮਾ ਦੇ ਨਾਲ ਜੋੜਦੇ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਦੇ ਆ। ਜਿਵੇਂ ਸ੍ਰੀ ਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ, ਸੰਤ ਬਾਬਾ ਨਾਰ ਸਿੰਘ ਜੀ ਮਹਾਰਾਜ, ਸੰਤ ਬਾਬਾ ਬੰਤ ਸਿੰਘ ਜੀ ਮਹਾਰਾਜ, ਰੱਬ ਜੀ ਮਹਾਰਾਜ, ਔਰ ਮੌਜੂਦਾ ਸ੍ਰੀ ਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜ ਰਹੇ ਨੇ। ਗੁਰਮੁਖ ਪਿਆਰੇ, ਰੱਬ ਦੇ ਪਿਆਰੇ ਗੁਰੂ ਦੇ ਨਾਲ ਜੋੜਦੇ ਆ। ਇਹ ਨਹੀਂ ਕਹਿੰਦੇ ਵੀ ਕੋਈ ਸਾਡੇ ਨਾਲ ਜੁੜੋ, ਗੁਰੂ ਦੇ ਨਾਲ ਜੋੜਦੇ ਆ। ਗੁਰਬਾਣੀ ਦੇਖੋ ਗੁਰਮੁਖ ਪਿਆਰੋ, ਕਿੱਡੀ ਵੱਡੀ ਕਿਰਪਾ ਮਹਾਨ ਇਹਨਾਂ ਸਥਾਨਾਂ ਦੇ ਉੱਤੇ ਮਹਾਂਪੁਰਸ਼ਾਂ ਦੀ। ਸਵੇਰੇ ਸ਼ਾਮ ਸੰਗਤ ਜੁੜਦੀ ਆ, ਬੜਾ ਆਨੰਦ ਵੱਜਦਾ ਹੈ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਹੁੰਦੇ ਆ ਅੰਮ੍ਰਿਤ ਵੇਲੇ, ਔਰ ਸ਼ਾਮ ਨੂੰ ਕਥਾ ਕੀਰਤਨ ਵਿਚਾਰਾਂ ਹੁੰਦੀਆਂ ਨੇ। ਇਦੋਂ ਵੱਡੇ ਭਾਗ ਕੀ ਹੋਣਗੇ ਆਪਣੇ। ਇਹ ਤਾਂ ਸਾਰਾ ਇਲਾਕਾ ਹੀ ਤਾਰਿਆ ਪਿਆ ਮਹਾਂਪੁਰਸ਼ਾਂ ਨੇ। ਆਖੋ ਸਤਨਾਮ ਸ੍ਰੀ। ਵੱਡੇ ਭਾਗ ਨੇ ਭਾਈ ਆਪਣੇ ਸਾਰਿਆਂ ਦੇ। ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਆ ਆਪਣੇ ਤੇ, ਕਿਉਂਕਿ ਧਰਤੀ ਭਾਗਾਂ ਵਾਲੀ ਹੈ, ਜਿੱਥੇ ਹਰ ਸਮੇਂ ਕਥਾ ਕੀਰਤਨ, ਗੁਰਬਾਣੀ ਦੀਆਂ ਧੁਨਾਂ, ਗੁਰਬਾਣੀ ਦੇ ਇਲਾਹੀ ਰਾਗ ਲਾਪੇ ਜਾਂਦੇ ਆ। ਗੁਰੂ ਪਿਆਰੇ, ਵੱਡੇ ਭਾਗ ਨੇ ਆਪਣੇ ਸਾਰਿਆਂ ਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲੇ ਤੈਨੂੰ ਮੈਂ ਲੈ ਚੱਲਦਾ। ਤੇ ਗੁਰਮੁਖ ਪਿਆਰਿਓ, ਹੁਣ ਤੁਰ ਪਏ। ਲੱਖੂ ਧਾੜਵੀ ਦਾ ਮਨ ਬਦਲ ਗਿਆ, ਗੁਰੂ ਸਾਹਿਬ ਕੋਲੇ ਚਲੇ ਗਏ। ਕਿਉਂਕਿ ਭਾਈ ਪ੍ਰਾਣਾ ਜੀ ਲੰਗਰ ਦੇ ਵਾਸਤੇ ਲੱਕੜਾਂ ਇਕੱਠੀਆਂ ਕਰਕੇ ਲੈ ਕੇ ਜਾਂਦੇ ਹੁੰਦੇ ਜੰਗਲ ਦੇ ਵਿੱਚੋਂ, ਤੇ ਲੱਕੜਾਂ ਦੀ ਪੰਡ ਚੱਕੀ ਹੈ। ਤੇ ਗੁਰਮੁਖ ਪਿਆਰਿਓ, ਹੁਣ ਭਾਈ ਲੱਖੂ ਜੀ ਆਖਣ ਲੱਗੇ ਵੀ ਮੈਨੂੰ ਪਾਂਡੇ ਚੁਕਾ ਦੇ, ਮੈਂ ਚੱਕ ਲੈਣਾ ਪੰਡ। ਭਾਈ ਪ੍ਰਾਣਾ ਜੀ ਕਹਿੰਦੇ ਹਜੇ ਤਾਂ ਤੇ ਦਰਸ਼ਨ ਵੀ ਨਹੀਂ ਕੀਤੇ ਗੁਰੂ ਸਾਹਿਬ ਦੇ, ਤੂੰ ਮੇਰੇ ਕੋਲੋਂ ਸੇਵਾ ਖੋਹ ਰਿਹਾ। ਤੇ ਗੁਰਮੁਖ ਪਿਆਰਿਓ ਦੇਖੋ ਅੱਜ ਸਮਾਂ ਕਿਹੋ ਜਿਹਾ, ਅੱਜ ਸਮਾਂ ਕਿਹੋ ਜਿਹਾ। ਸੇਵਾ ਕਰਨ ਤੋਂ ਆਪਾਂ ਟਲਦੇ ਆ, ਸੇਵਾ ਕਰਨ ਤੋਂ ਆਪਾਂ ਟਲਦੇ ਆ। ਆਪਾਂ ਲੰਗਰ ਦੇ ਵਿੱਚ ਬੈਠ ਜਾਈਏ ਨਾ, ਆਪਾਂ ਆਪਣੇ ਮਨ ਦੇ ਵਿੱਚ ਇਹ ਹੁੰਦਾ ਵੀ ਆਪਣੇ ਝੂਠੇ ਬਰਤਨ ਕੋਈ ਚੱਕ ਕੇ ਲੈ ਕੇ ਜਾਵੇ। ਨਿਗਾਹ ਮਾਰਦੇ ਆ ਆਪਾਂ ਆਲੇ ਦੁਆਲੇ ਵੀ ਕਿਤੇ ਮੈਨੂੰ ਚੱਕਣੇ ਨਾ ਪੈ ਜਾਣ। ਮਾਂਜਣ ਦੀ ਤਾਂ ਗੱਲ ਦੂਰ ਦੀ ਰਹੀ।
ਆਪਣੇ ਮਨ ਦੇ ਵਿੱਚ ਇਹੀ ਰਹਿੰਦੀ ਆ ਭਾਵਨਾ ਵੀ ਕੋਈ ਆ ਜੇ ਬਰਤਨ ਚੱਕਣ ਵਾਲਾ, ਉੱਥੇ ਤੱਕ ਆਪਾਂ ਚੱਲ ਕੇ ਪੈਦਲ ਨਹੀਂ ਜਾ ਸਕਦੇ ਗੁਰਮੁਖ ਪਿਆਰਿਓ। ਇਹੀ ਮਨ ਦੇ ਵਿੱਚ ਰਹਿੰਦਾ। ਤੇ ਉਹ ਦੇਖੋ ਜਿਹਨੇ ਸੰਗਤ ਕੀਤੀ ਤੇ ਉਹਦਾ ਮਨ ਹੀ ਬਦਲ ਗਿਆ ਵੀ ਪੰਡ ਕਹਿੰਦਾ ਮੈਨੂੰ ਚੁਕਾ ਦੇ। ਕੋਈ ਸੇਵਾ ਨਹੀਂ ਖੋਹਦਾ ਗੁਰਮੁਖ ਪਿਆਰਿਓ। ਅੱਜ ਲੋੜ ਹੈ ਵੀ ਆਪਾਂ ਇੱਕ ਦੂਜੇ ਤੋਂ ਮੋਹਰੀ ਹੋ ਕੇ ਸੇਵਾ ਕਰੀਏ, ਸੰਗਤ ਦੀ ਸੇਵਾ। ਕਿਉਂਕਿ ਗੁਰੂ ਘਰ ਦੇ ਵਿੱਚ ਦੋ ਮਹਾਨ ਬਖਸ਼ਿਸ਼ਾਂ ਨੇ, ਇੱਕ ਸੇਵਾ ਤੇ ਇੱਕ ਸਿਮਰਨ। ਇਹੀ ਅਰਦਾਸ ਕਰਿਆ ਕਰੋ ਗੁਰਮੁਖ ਪਿਆਰਿਓ, ਬੜੇ ਪਿਆਰ ਦੇ ਨਾਲ। ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ। ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, 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 ਸੇਵਾ ਤੇ ਸਿਮਰਨ ਮੈਨੂੰ। ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ। ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਗੁਰੂ ਦੀ ਸੇਵਾ ਕਰਨ ਦੇ ਨਾਲ ਗੁਰਮੁਖ ਪਿਆਰਿਓ ਮਨ ਵੀ ਮਾਂਜਿਆ ਜਾਂਦਾ ਹੈ, ਮਨ ਪੱਧਰਾ ਹੋ ਜਾਂਦਾ ਹੈ। ਹੁਣ ਗੱਲਾਂ ਬਾਤਾਂ ਕਰਦੇ ਗੁਰੂ ਸਾਹਿਬ ਦੀਆਂ, ਵਿਚਾਰਾਂ ਕਰਦੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਸੰਗਤਾਂ ਦੇ ਵਿੱਚ ਬੈਠੇ ਆ, ਸੰਗਤਾਂ ਨੂੰ ਤਾਰ ਰਹੇ ਆ। ਔਰ ਜਦੋਂ ਸਨਮੁਖ ਹੋਏ ਮਹਾਰਾਜ ਜੀ ਕਹਿੰਦੇ ਬਈ ਭਾਈ ਪੁਰਾਣਾ ਜੀ ਇਹ ਕੌਣ ਆ, ਕਿਹਨੂੰ ਲੈ ਕੇ ਆਏ ਆ? ਤੇ ਗੁਰਮੁਖ ਪਿਆਰਿਓ ਲੱਖੂ ਧਾੜਵੀ ਪਤਾ ਕੀ ਕਹਿੰਦਾ, ਉਹਦੇ ਮਨ ਦੇ ਵਿੱਚੋਂ ਇੱਕੋ ਹੀ ਗੱਲ ਨਿਕਲੀ ਗੁਰਮੁਖ ਪਿਆਰਿਓ। ਕਹਿੰਦਾ ਮਹਾਰਾਜ ਜੀ ਮੈਂ ਤਾਂ ਜਨਮਾਂ ਜਨਮਾਂਤਰਾਂ ਦਾ ਪਾਪੀ ਐ, ਕਿਰਪਾ ਕਰਕੇ ਮੇਰੇ ਪਾਪ ਕੱਟ ਦਿਓ। ਹੁਣ ਕੀ ਕਹਿੰਦਾ ਗੁਰਮੁਖ ਪਿਆਰਿਓ ਲੱਖੂ ਧਾੜਵੀ, ਜਿਹੜਾ ਹਰ ਸਮੇਂ ਲੋਕਾਂ ਨੂੰ ਲੁੱਟਦਾ ਸੀ। ਦੇਖੋ ਉਹਦਾ ਜੀਵਨ ਗੁਰੂ ਸਾਹਿਬ ਦੇ ਸਨਮੁਖ ਹੈ, ਗੁਰੂ ਮਹਾਰਾਜ ਜੀ ਉਹਦਾ ਜੀਵਨ ਕਿਵੇਂ ਬਦਲਦੇ ਆ। ਤੇ ਹੁਣ ਕੀ ਕਹਿ ਰਿਹਾ, ਉਹਦੇ ਸ਼ਬਦ ਨੇ ਜਿਹੜੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖੇ ਕੌਣ ਹੈ, ਕਹਿੰਦਾ ਮਹਾਰਾਜ ਜੀ ਮੈਂ ਪਾਪੀ ਆ। ਆਖੋ ਸਤਨਾਮ ਸ੍ਰੀ, ਮੈਂ ਪਾਪੀ ਆ, ਮੈਂ ਚੰਗਾ ਕੰਮ ਜੀਵਨ ਦੇ ਵਿੱਚ ਕੋਈ ਕਰਿਆ ਹੀ ਨਹੀਂ ਅੱਜ ਤੱਕ, ਮੈਥੋਂ ਕੋਈ ਚੰਗਾ ਹੋਇਆ ਹੀ ਨਹੀਂ। ਮਹਾਰਾਜ ਜੀ ਕਿਰਪਾ ਕਰ ਦਿਓ, ਮਿਹਰ ਕਰ ਦਿਓ ਮਹਾਰਾਜ ਜੀ। ਹੁਣ ਕਿਵੇਂ ਕਹਿੰਦਾ ਹੈ ਲੱਖੂ ਧਾੜਵੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੜ੍ਹਿਓ ਸਾਰੇ। ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ, ਪਾਪਾਂ ਵਿੱਚ ਆਉ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ, ਪਾਪਾਂ ਵਿੱਚ ਆਉ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਮੈਥੋਂ ਹੋਇਆ, ਪਾਪਾਂ ਵਿੱਚ ਆਉ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਮੈਥੋਂ ਹੋਇਆ,
ਪਾਪਾਂ ਵਿੱਚ ਔਦ ਬੀਤ ਕੰਮ ਨਾ ਗੁਰੂ ਜੀ ਮੇਰੇ ਤੋਂ ਹੋਇਆ, ਪਾਪਾਂ ਵਿੱਚ ਔਦ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਮੇਰੇ ਤੋਂ ਹੋਇਆ, ਪਾਪਾਂ ਵਿੱਚ ਔਦ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ, ਪਾਪਾਂ ਵਿੱਚ ਔਦ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਮੈਥੋਂ ਹੋਇਆ, ਪਾਪਾਂ ਵਿੱਚ ਔਦ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਮੈਥੋਂ ਹੋਇਆ, ਪਾਪਾਂ ਵਿੱਚ ਔਦ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਮੈਥੋਂ ਹੋਇਆ, ਪਾਪਾਂ ਵਿੱਚ ਔਦ ਬੀਤ ਗਈ। ਕੰਮ ਨਾ ਗੁਰੂ ਜੀ ਮੇਰੇ ਤੋਂ ਹੋਇਆ, ਪਾਪਾਂ ਵਿੱਚ ਔਦ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਮੇਰੇ ਤੋਂ ਹੋਇਆ, ਪਾਪਾਂ ਵਿੱਚ ਔਦ ਬੀਤ ਗਈ। ਪਿਆਰੇ ਜੀ ਪਾਪਾਂ ਵਿੱਚ ਔਦ ਬੀਤ ਗਈ। ਮੇਰੇ ਪਿਆਰੇ ਪਾਪਾਂ ਵਿੱਚ ਔਦ ਬੀਤ ਗਈ। ਪਿਆਰੇ ਜੀ ਪਾਪਾਂ ਵਿੱਚ ਔਦ ਬੀਤ ਗਈ। ਪਿਆਰੇ ਜੀ ਪਾਪਾਂ ਵਿੱਚ ਔਦ ਬੀਤ ਗਈ। ਪਾਪਾਂ ਵਿੱਚ ਔਦ ਬੀਤ ਗਈ। ਪਿਆਰੇ ਜੀ ਪਾਪਾਂ ਵਿੱਚ ਔਦ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ, ਗੁਰੂ ਜੀ ਕੋਈ ਹੋਇਆ, ਪਾਪਾਂ ਵਿੱਚ ਔਦ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਮੈਥੋਂ ਹੋਇਆ, ਪਾਪਾਂ ਵਿੱਚ ਔਦ ਬੀਤ ਗਈ। ਉਹ ਚੰਗਾ ਕੰਮ ਨਾ ਗੁਰੂ ਜੀ ਮੈਥੋਂ ਹੋਇਆ, ਪਾਪਾਂ ਵਿੱਚ ਔਦ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਮੈਥੋਂ ਹੋਇਆ, ਪਾਪਾਂ ਵਿੱਚ ਔਦ ਬੀਤ ਗਈ। ਕੰਮ ਨਾ ਗੁਰੂ ਜੀ ਮੇਰੇ ਤੋਂ ਹੋਇਆ, ਪਾਪਾਂ ਵਿੱਚ ਔਦ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਮੇਰੇ ਤੋਂ ਹੋਇਆ, ਪਾਪਾਂ ਵਿੱਚ ਔਦ ਬੀਤ ਗਈ। ਸਤਿਗੁਰੂ ਜੀ ਮੇਰੀ ਉਮਰ ਪਾਪਾਂ ਦੇ ਵਿੱਚ ਬੀਤ ਗਈ, ਕਿਰਪਾ ਕਰ ਦਿਓ ਮੇਰੇ ਤੇ, ਰਹਿਮਤ ਕਰ ਦਿਓ, ਬਖਸ਼ਿਸ਼ ਕਰ ਦਿਓ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਐਂ ਕਰ ਭਾਈ, ਜਿਹੜਾ ਤੇਰਾ ਕੰਮ ਆ ਹੁਣ ਅੱਜ ਤੋਂ ਬਾਅਦ ਸੇਵਾ ਦੇ ਵਿੱਚ ਲੱਗ ਜਾ। ਸੰਗਤਾਂ ਦੇ ਬਰਤਨ ਮਾਂਜਿਆ ਕਰ, ਝੂਠੇ ਭਾਂਡੇ ਲੰਗਰ ਦੇ, ਔਰ ਇਤਨੀ ਸੇਵਾ ਕਰ, ਇਤਨੀ ਸੇਵਾ ਕਰ। ਔਰ ਸੇਵਾ ਕਰਦਾ ਕਰਦਾ ਜਿੰਨਾ ਚਿਰ ਤੂੰ ਚੂਰ ਨਾ ਹੋ ਜੇ ਥੱਕ ਕੇ, ਉਹਨਾਂ ਚਿਰ ਸੇਵਾ ਕਰੀ ਜਾਣੀ। ਹੁਣ ਗੁਰਮੁਖ ਪਿਆਰਿਓ, ਲੱਖੂ ਧਾੜ ਵੀ ਸੇਵਾ ਦੇ ਵਿੱਚ ਲੱਗ ਗਿਆ। ਐਸੀ ਕਿਰਪਾ ਹੋ ਗਈ, 25 ਪਾਠ ਸ੍ਰੀ ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਔਰ ਫੇਰ ਲੰਗਰ ਪਾਣੀ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਗੁਰਮੁਖ ਪਿਆਰਿਓ, 25 ਪਾਠ ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਤੇ ਫੇਰ ਪ੍ਰਸ਼ਾਦਾ ਪਾਣੀ ਜਲ ਪਾਣੀ ਸਕਦਾ, ਤੇ ਹਰ ਸਮੇਂ ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਰਹਿੰਦਾ ਹੈ। ਕੌਣ? ਜਿਹੜਾ ਡਾਕੇ ਮਾਰਨ ਵਾਲਾ ਸੀ, ਕਿਉਂਕਿ ਸੰਗਤ ਦੇ ਵਿੱਚ ਜਾ ਕੇ ਬਾਣੀ ਕੰਠ ਹੋਗੀ। ਤੇ ਜਦੋਂ ਸੰਗਤ ਦੇ ਵਿੱਚ ਜਾਂਦਾ ਜੀਵ, ਗੁਰਮੁਖ ਪਿਆਰਿਓ, ਬਾਣੀ ਸੁਣਦਾ, ਗੁਰੂ ਦੇ ਪਿਆਰਿਆਂ ਕੋਲੋਂ ਬਾਣੀ ਕੰਠ ਹੋਣ ਲੱਗ ਜਾਂਦੀ ਹੈ, ਮੂੰਹ ਜ਼ਬਾਨੀ ਬਾਣੀ ਪੜ੍ਹਨ ਲੱਗ ਜਾਂਦਾ ਜੀਵ। ਆ ਦੇਖਿਆ ਜਦੋਂ ਕੀਰਤਨ ਸ਼ੁਰੂ ਕੀਤਾ, ਨਿੱਕੇ ਨਿੱਕੇ ਬੱਚੇ ਮਹਾਪੁਰਸ਼ਾਂ ਨੇ, ਦੇਖੋ ਕਿੱਡਾ ਵੱਡਾ ਪ੍ਰਸਾਰਥ ਹੈ। ਛੋਟੇ ਛੋਟੇ ਬੱਚੇ ਕਥਾ ਕੀਰਤਨ ਕਰਦੇ ਆ, ਬਾਣੀ ਪੜ੍ਹਦੇ ਆ। ਗੁਰਮੁਖ ਪਿਆਰਿਓ, ਇਹੀ ਉਮਰ ਹੁੰਦੀ ਆ ਜੁੜਨ ਦੀ। ਜਿਹੜਾ ਇਹ ਉਮਰ ਦੇ ਵਿੱਚ ਜੁੜ ਗਿਆ, ਗੁਰਮੁਖ ਪਿਆਰਿਓ, ਉਹ ਫਿਰ ਜੁੜ ਜਾਂਦਾ। ਰੰਗ ਲਾਗਤ 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 ਹੈ, ਰੰਗ ਲੱਗ ਜਾਂਦਾ। ਲਾਰ ਰੰਗ ਤਿਸ ਕੋ ਲੱਗਾ, ਜਿਸਕੇ ਬੜਭਾਗਾ, ਮਹਿਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਨਾਮ ਵਾਲਾ ਰੰਗ ਚੜ ਜਾਂਦਾ ਗੁਰਮੁਖ ਪਿਆਰਿਓ। ਦੇਖੋ ਕਿੱਡੀ ਵੱਡੀ ਕਿਰਪਾ ਮਹਾਰਾਜ ਜੀ ਦੀ, ਬੱਚਿਆਂ ਤੇ ਨਾਮ ਵਾਲਾ ਰੰਗ ਚੜਿਆ।
ਤੇ ਗੁਰਮੁਖ ਪਿਆਰਿਓ, ਜਿਸ ਨਗਰ ਦੇ ਵਿੱਚ ਇੰਨੇ ਮਹਾਪੁਰਸ਼ ਆਏ ਹੋਣ, ਜਿਸ ਧਰਤੀ ਤੇ ਇੰਨੇ ਮਹਾਪੁਰਸ਼ ਆਏ ਹੋਣ, ਉਹ ਧਰਤੀ ਵੈਕੁੰਠ ਹੁੰਦੀ ਆ। ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਆਖਿਆ, ਮਹਾਰਾਜ ਜੀ ਕਹਿੰਦੇ ਵੈਕੁੰਠ ਨਗਰ ਜਹਾਂ ਸੰਤ ਵਾਸਾ, ਜਿੱਥੇ ਸਾਧੂਆਂ ਦਾ ਵਾਸਾ ਹੁੰਦਾ ਗੁਰਮੁਖ ਪਿਆਰਿਓ, ਉਹ ਧਰਤੀ ਵੈਕੁੰਠ ਬਣ ਜਾਂਦੀ ਆ। ਵੈਕੁੰਠ, ਇਹ ਧਰਤੀ ਵੈਕੁੰਠ ਹੈ, ਇੱਥੇ ਮਹਾਪੁਰਸ਼ਾਂ ਦਾ ਵਾਸਾ। ਕਿੰਨੇ ਮਹਾਪੁਰਸ਼ਾਂ ਨੇ ਜਪ ਤਪ ਕੀਤਾ, ਕਿੰਨੇ ਸਾਲ ਹੋ ਗਏ ਗੁਰਮੁਖ ਪਿਆਰਿਓ, ਅੱਜ ਵੀ ਇਹ ਧਰਤੀ ਤੇ ਜਪ ਤਪ ਹੋ ਰਿਹਾ ਹੈ। ਤੇ ਧਰਤੀ ਕਰਮਾਂ ਵਾਲੀ ਆ, ਭਾਗਾਂ ਵਾਲੀ ਆ। ਪੜੋ ਪਿਆਰ ਦੇ ਨਾਲ, ਇਹ ਧਰਤੀ ਭਾਗਾਂ ਵਾਲੀ ਹੈ, ਧਰਤੀ ਕਰਮਾਂ ਵਾਲੀ ਹੈ, ਭਾਗਾਂ ਵਾਲੀ ਹੈ, ਧਰਤੀ ਕਰਮਾਂ ਵਾਲੀ ਹੈ, ਜਿੱਥੇ ਬੈਠ ਕੇ ਹਰੀ ਦੇ ਗੁਣ ਗਾਈਏ, ਬੈਠ ਕੇ ਹਰੀ ਦੇ ਗੁਣ ਗਾਈਏ, ਧਰਤੀ ਭਾਗਾਂ ਵਾਲੀ ਹੈ, ਧਰਤੀ ਕਰਮਾਂ ਵਾਲੀ ਹੈ। ਜਿੱਥੇ ਬੈਠ ਕੇ ਹਰੀ ਦੇ ਗੁਣ ਗਾਈਏ, ਜਿੱਥੇ ਬੈਠ ਕੇ ਹਰੀ ਦੇ ਗੁਣ ਗਾਈਏ, ਧਰਤੀ ਹਰੀ ਦੇ ਗੁਣ ਗਾਈਏ, ਜਿੱਥੇ ਬੈਠ ਕੇ ਵਾਲੀ ਹੈ। ਬੋਲੋ ਸਾਰੀ ਸੰਗਤ ਦੁਆਰਾ ਕੋਈ ਜੀ। ਧਰਤੀ ਕਰਮਾਂ ਵਾਲੀ ਹੈ, ਇਹ ਧਰਤੀ ਭਾਗਾਂ ਵਾਲੀ ਹੈ, ਧਰਤੀ ਭਾਗਾਂ ਵਾਲੀ ਹੈ, ਇਹ ਧਰਤੀ ਕਰਮਾਂ ਵਾਲੀ ਹੈ, ਇਹ ਧਰਤੀ ਪੂਜਣ ਵਾਲੀ ਹੈ, ਧਰਤੀ ਪੂਜਣ ਵਾਲੀ ਹੈ, ਇਹ ਧਰਤੀ ਪੂਜਣ ਵਾਲੀ ਹੈ, ਇਹ ਧਰਤੀ ਪੂਜਣ ਵਾਲੀ ਹੈ, ਜਿੱਥੇ ਬੈਠ ਕੇ ਹਰੀ ਦੇ ਗੁਣ ਗਾਈਏ, ਬੈਠ ਕੇ ਹਰੀ ਦੇ ਗੁਣ ਗਾਈਏ, ਧਰਤੀ ਪੂਜਣ ਵਾਲੀ ਹੈ, ਧਰਤੀ ਪੂਜਣ ਵਾਲੀ ਹੈ, ਕੇ ਹਰੀ ਦੇ ਗੁਣ ਗਾਈਏ, ਧਰਤੀ ਕਰਮਾਂ ਵਾਲੀ ਹੈ, ਇਹ ਧਰਤੀ ਪੂਜਣ ਵਾਲੀ ਹੈ। ਇਹ ਧਰਤੀ ਪਿਆਰਿਓ ਭਾਗਾਂ ਵਾਲੀ ਧਰਤੀ ਹੈ, ਕਿਉਂਕਿ ਸ੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ, ਉਹਨਾਂ ਦਾ ਪਹਿਰਾ ਗੁਰਮੁਖ ਪਿਆਰਿਓ ਇਸ ਧਰਤੀ ਦੇ ਉੱਤੇ। ਸ੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ, ਮੈਂ ਅੱਗੇ ਵੀ ਸੰਗਤਾਂ ਦੇ ਨਾਲ ਵਚਨ ਸਾਂਝਾ ਕੀਤਾ ਸੀ। ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ, ਔਰ श्रीमान संत बाबा कृपाल सिंह जी महाराज और श्रीमान संत बाबा साधु राम जी महाराज टिब्बे वाले गुरमुख प्यारे, क्योंकि दोवें महापुरुष श्रीमान संत बाबा कृपाल सिंह जी महाराज और श्रीमान संत बाबा साधु राम जी महाराज टिब्बे वाले दोवें महापुरुष गुर भाई सन गुरमुख प्यारे, क्योंकि दोवें महापुरुषों ने श्रीमान संत बाबा अतर सिंह जी गुरसागर मखतूणा साहब वालियां दी संगत कीती गुरमुख प्यारे, उत्थों भाग लगे। एक समय श्रीमान संत बाबा कृपाल सिंह जी महाराज मखतूणा साहब की धरती ते चलिया गुरमुख प्यारे। उन्हां समयां दे विच गड्डियां नहीं सी हुंदियां, घोड़ियां ते जांदे होए हुंदे महापुरुष। श्रीमान संत बाबा कृपाल सिंह जी महाराज ਜਦੋਂ ਚੱਲਿਆ ਗੁਰਮੁਖ ਪਿਆਰਿਓ, ਰਸਤੇ ਦੇ ਵਿੱਚ ਟਿੱਬਾ ਨਗਰ ਆਉਂਦਾ ਔਰ ਟਿੱਬੇ ਨਗਰ ਦੇ ਵਿੱਚ ਸ੍ਰੀਮਾਨ ਸੰਤ ਬਾਬਾ ਸਾਧੂ ਰਾਮ ਮਹਾਰਾਜ ਜੀ ਕੋਲੇ ਗਏ ਔਰ ਦੋਵੇਂ ਮਹਾਪੁਰਸ਼ ਆਪਸ ਦੇ ਵਿੱਚ ਵਿਚਾਰਾਂ ਹੋਈਆਂ। ਕਹਿੰਦੇ ਆਪਾਂ ਗੁਰਸਾਗਰ ਮਖਤੂਆਣਾ ਸਾਹਿਬ ਵਿਖੇ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਆਉਣੇ। ਤੇ ਦੋਵੇਂ ਮਹਾਪੁਰਸ਼ ਚੱਲ ਪਏ, क्योंकि महापुरुषों का जथा भी बहुत बड़ा हुंदा सी गुरमुख प्यारिओ। 25-25 30-30 सिंह हुंदे जथे दे विच
क्योंकि ਉਹ ਸਮਾਂ ਸੀ ਲੋਕਾਂ ਕੋਲੇ ਸਮਾਂ ਵੀ ਸੀ। ਅੱਜ ਤਾਂ ਸਮੇਂ ਹੀ ਨਹੀਂ ਕਿਸੇ ਕੋਲੇ ਗੁਰਮੁਖ ਪਿਆਰਿਓ, 1 ਮਿੰਟ ਦਾ ਵੇਲ ਨਹੀਂ। ਆਪਾਂ ਸਾਰੇ ਕਹਿ ਦਿੰਦੇ ਆ ਵੀ ਮੈਂ ਤਾਂ ਬਹੁਤ ਬਿਜੀ ਆ, ਮੇਰੇ ਕੋਲੇ ਟਾਈਮ ਨਹੀਂ। ਤੇ ਗੁਰਮੁਖ ਪਿਆਰਿਓ ਉਹਨਾਂ ਮਹਾਂਪੁਰਸ਼ਾਂ ਕੋਲੇ ਸਮਾਂ ਵੀ ਸੀ ਔਰ ਆਨੰਦ ਵੀ ਸੀ। ਹੁਣ ਅੱਜ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ, ਆਪਾਂ ਨਾ ਤਾਂ ਆਪਣੇ ਕੋਲੇ ਸਮਾਂ ਨਾ ਆਪਣੇ ਕੋਲੇ ਆਨੰਦ। ਆਖੋ ਸਤਨਾਮ ਸ੍ਰੀ। ਉਹਨਾਂ ਮਹਾਂਪੁਰਸ਼ਾਂ ਕੋਲੇ ਸਮਾਂ ਵੀ ਸੀ ਔਰ ਆਨੰਦ ਦੇ ਵਿੱਚ ਵੀ ਰਹਿੰਦੇ ਸੀ। ਅੱਜ ਆਪਣਾ ਆਨੰਦ ਕਿੱਧਰ ਗਿਆ? ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਆਪਣਾ ਆਨੰਦ ਖੋ ਗਿਆ। ਗੁਰੂ ਭੱਜ ਦੌੜ ਇੰਨੀ ਆ ਜ਼ਿੰਦਗੀ ਵਿੱਚ, ਇਨਸਾਨ ਇੱਧਰ ਨੂੰ ਵੀ ਭੱਜਦਾ ਹੈ, ਉੱਧਰ ਨੂੰ ਵੀ ਭੱਜਦਾ ਹੈ, ਤੇ ਨਾਮ ਜਪਣ ਦਾ ਵੀ ਸਮਾਂ ਨਹੀਂ, ਬੰਦਗੀ ਕਰਨ ਦਾ ਵੀ ਸਮਾਂ ਨਹੀਂ। ਗੁਰਮੁਖ ਪਿਆਰਿਓ ਇੰਨਾ ਬਿਜੀ ਹੋ ਗਿਆ ਇਨਸਾਨ, ਕਿਉਂਕਿ ਇਨਸਾਨ ਨੂੰ ਮੋਬਾਈਲ ਤੋਂ ਹੀ ਨਹੀਂ ਵਿਹਲ ਮਿਲਦੀ। ਆਖੋ ਸਤਨਾਮ ਸ੍ਰੀ। ਜਿੰਨਾ ਟਾਈਮ ਭਾਈ ਮੋਬਾਈਲ ਦੇਖਦਾ ਉਨਾ ਸਮਾਂ ਸਿਮਰਨ ਕਰ ਲਿਆ ਕਰ, ਨਾਮ ਜਪ ਲਿਆ ਕਰ। ਉਹ ਲੇਖੇ ਦੇ ਵਿੱਚ ਪੈਣਾ, ਸਹਾਈ ਹੋਣਾ। ਤੇ ਮੋਬਾਈਲ ਤਾਂ ਨਾਲੇ ਅੱਖਾਂ ਦੀ ਰੌਸ਼ਨੀ ਜਾਂਦੀ ਲੱਗੂ ਮੋਬਾਈਲ ਦੇ ਨਾਲ। ਜਿਹੜਾ ਜ਼ਿਆਦਾ ਸਮਾਂ ਮੋਬਾਈਲ ਦੇਖਦਾ ਗੁਰਮੁਖ ਪਿਆਰਿਓ, ਸਾਇੰਸ ਨੇ ਕਹਿ ਦਿੱਤਾ, ਡਾਕਟਰ ਕਹਿੰਦੇ ਨੇ ਵੀ ਲੰਮੇ ਸਮੇਂ ਦੇ ਵਿੱਚ ਜਦੋਂ ਆਪਾਂ ਮੋਬਾਈਲ ਦੇਖਦੇ ਹਾਂ ਨਿਗਾਹ ਜਾ ਸਕਦੀ ਹੈ। ਅੱਜ ਤਾਂ ਹੁਣ ਸਮਾਂ ਹੀ ਦੇਖ ਲਓ ਕਿਹੋ ਜਿਹਾ ਆ ਗਿਆ। ਬੱਚਿਆਂ ਦੀ ਪੜ੍ਹਾਈ ਵੀ ਮੋਬਾਈਲਾਂ ਤੇ ਹੋ ਗਈ ਗੁਰਮੁਖ ਪਿਆਰਿਓ। ਸਾਰਾ ਕੰਮ ਹੀ ਮੋਬਾਈਲਾਂ ਤੇ ਆ, ਹਰ ਟਾਈਮ ਹੱਥ ਦੇ ਵਿੱਚ ਮੋਬਾਈਲ ਆ। ਬੰਦੇ ਤੋਂ ਬਿਨਾਂ ਤਾਂ ਸਾਰ ਸਕਦਾ, 2 ਘੜੀ ਮੋਬਾਈਲ ਤੋਂ ਬਿਨਾਂ ਨਹੀਂ ਸਾਰ ਸਕਦਾ। ਆਖੋ ਸਤਨਾਮ ਸ੍ਰੀ। ਇਹੋ ਜੀ ਸਾਡੀ ਜ਼ਿੰਦਗੀ ਬਣ ਗਈ ਗੁਰਮੁਖ ਪਿਆਰਿਓ। ਅੱਗੇ 2 ਜਾਣੇ ਜੁੜਦੇ, ਵਿਚਾਰਾਂ ਕਰਦੇ, ਦੁੱਖ ਸੁੱਖ ਕਰਦੇ, ਮਨ ਹੌਲਾ ਹੋ ਜਾਂਦਾ। ਤੇ ਸੰਤ ਮਹਾਂਪੁਰਸ਼, ਦੋਵੇਂ ਮਹਾਂਪੁਰਸ਼ ਚੱਲੇ ਆ ਵਿਚਾਰਾਂ ਕਰਦੇ, ਮਖਤੂਣਾ ਸਾਹਿਬ ਦੀ ਧਰਤੀ ਤੇ ਗਏ ਔਰ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਦਰਸ਼ਨ ਦਾਰੇ ਕੀਤੇ ਮਹਾਂਪੁਰਸ਼ਾਂ ਨੇ। ਕਿਉਂਕਿ ਉਦੋਂ ਦਰਬਾਰ ਸਾਹਿਬ, ਅੱਜ ਤਾਂ ਬਹੁਤ ਕਿਰਪਾ ਹੋ ਗਈ, ਪੱਕੇ ਹੋ ਗਏ। ਉਹਨਾਂ ਸਮਿਆਂ ਦੇ ਵਿੱਚ ਕੱਚੀ ਇੱਟ ਦੇ ਦਰਬਾਰ ਸਾਹਿਬ ਬਣੇ ਹੁੰਦੇ ਸੀ, ਕੱਚੀ ਇੱਟ ਦੇ। ਤੇ ਗੁਰਮੁਖ ਪਿਆਰਿਓ ਉਦੋਂ ਜਿਹੜੇ ਦਰਬਾਰ ਸਾਹਿਬ ਸੀ ਉਹ ਕੱਚੇ ਹੁੰਦੇ ਸੀ, ਜਿਹੜੀ ਸੰਗਤ ਹੁੰਦੀ ਸੀ ਉਹ ਪੱਕੀ ਹੁੰਦੀ ਸੀ। ਆਖੋ ਸਤਨਾਮ ਸ੍ਰੀ। ਹੁਣ ਕੀ ਆ? ਹੁਣ ਉਲਟ ਹੋ ਗਿਆ ਕੰਮ, ਦਰਬਾਰ ਸਾਹਿਬ ਪੱਕੇ ਹੋ ਗਏ। ਤੇ ਮਾਫ ਕਰਨਾ ਕਹਿਣੀ ਪੈਂਦੀ ਹੈ ਗੱਲ। ਸੰਗਤ ਕਿੱਧਰ ਨੂੰ ਜਾ ਰਹੀ ਹੈ ਭਾਈ? ਆਪਾਂ ਦੇਖੋ, ਨਜ਼ਰ ਮਾਰ ਲਈ ਅੰਦਰ, ਆਪਾਂ ਕਿੱਧਰ ਜਾ ਰਹੇ ਹਾਂ? ਆਪਣੇ ਬੱਚੇ ਕਿੱਧਰ ਜਾ ਰਹੇ ਆ? ਆਪਾਂ ਕਿੱਧਰ ਜੁੜ ਰਹੇ ਆ? ਕੀ ਵਿਚਾਰਾਂ ਨੇ ਆਪਣੀਆਂ ਕਦੇ ਮਨ ਦੇ ਨਾਲ ਸੋਚਿਆ? ਨਹੀਂ ਸੋਚਿਆ। ਸੋਚੀਏ ਮਨ ਦੇ ਨਾਲ। ਦਰਬਾਰ ਸਾਹਿਬ ਬਣੇ ਹੋਏ ਆ। ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਕਹਿੰਦੇ ਜਦੋਂ ਵੀ ਦਰਬਾਰ ਸਾਹਿਬ ਦੇ ਵਿੱਚ ਜਾਣਾ, ਜਿੰਨੇ ਵਾਰੀ ਵੀ ਜਾਣਾ ਉਨੇ ਵਾਰੀ ਸੀਸ ਝੁਕਾਉਣਾ, ਮੱਥਾ ਰਗੜਨਾ ਮਹਾਰਾਜ ਜੀ ਅੱਗੇ। ਬਾਣੀ ਪੜ੍ਹੀ ਜਾ ਰਹੀ ਹੈ, ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਨੇ ਪ੍ਰਾਰੰਭ ਨੇ, ਸੰਤ ਮਹਾਰਾਜ ਜੀ ਬਾਣੀ ਸਰਵਣ ਕਰ ਰਹੇ ਹੈ। ਔਰ ਸ੍ਰੀ ਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਔਰ ਸ੍ਰੀ ਮਾਨ ਸੰਤ ਬਾਬਾ ਸਾਧੂ ਰਾਮ ਜੀ ਮਹਾਰਾਜ ਗੁਰਮੁਖ ਪਿਆਰਿਓ ਨਮਸਕਾਰ ਕੀਤੀ, ਮਹਾਰਾਜ ਜੀ ਨੂੰ ਮੱਥਾ ਟੇਕਿਆ ਔਰ ਸੰਤ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਕੋਲੇ ਬੈਠ ਗਏ। ਸੰਗਤ ਵੀ ਬੈਠੀ ਹੈ, ਹੋਰ ਵੀ ਸੰਗਤ ਬੈਠੀ ਹੈ। ਕਹਿੰਦੇ ਐਸਾ ਹੋਇਆ ਕਿ ਭੁਚਾਲ ਦੇ ਝਟਕੇ ਲੱਗੇ ਜ਼ੋਰ ਦੀ, ਤੇ ਜਦੋਂ ਭੁਚਾਲ ਦੇ ਝਟਕੇ ਲੱਗੇ ਸਾਰੀ ਸੰਗਤ ਉੱਠ ਕੇ ਬਾਹਰ ਨੂੰ ਭੱਜਣ ਲੱਗ ਗਈ। ਸਾਰੀ ਸੰਗਤ ਉੱਠ ਕੇ ਬਾਹਰ ਨੂੰ ਭੱਜਣ ਲੱਗੀ, ਭੱਜ ਗਈ ਸੰਗਤ, ਸਾਰੀ ਬਾਹਰੇ ਚਲੀ ਗਈ। ਤੇ ਤਿੰਨੇ ਮਹਾਂਪੁਰਸ਼ ਅਡੋਲ ਅਵਸਥਾ ਦੇ ਵਿੱਚ ਬੈਠੇ ਰਹੇ। ਨਾ ਤਾਂ ਬਾਬਾ ਕਿਰਪਾਲ ਸਿੰਘ ਜੀ ਉੱਠੇ, ਤੇ ਨਾ ਸ੍ਰੀ ਮਾਨ ਸੰਤ ਬਾਬਾ ਸਾਧੂ ਰਾਮ ਮਹਾਰਾਜ ਜੀ ਉੱਠੇ, ਤੇ ਨਾ ਬਾਬਾ ਅਤਰ ਸਿੰਘ ਜੀ ਮਹਾਰਾਜ। ਤਿੰਨੇ ਬੈਠਿਆ, ਬਾਕੀ ਸਾਰੀ ਸੰਗਤ ਬਾਹਰੇ ਚਲੀ ਗਈ। ਚਲੋ ਕੁਝ ਸਮਾਂ ਲੰਘਿਆ, ਭੁਚਾਲ ਦੀ ਤੀਬਰ ਹੁੰਦੀ ਹੈ, ਗਤੀ ਹੁੰਦੀ ਹੈ, ਕੁਝ ਸਮੇਂ ਬਾਅਦ ਰੁਕ ਜਾਂਦਾ ਹੈ। ਤੇ ਕੁਝ ਸਮਾਂ ਲੰਘਿਆ, ਸੰਗਤ ਫੇਰ ਅੰਦਰ ਆ ਗਈ। ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਨੇ ਸੰਗਤ ਨੂੰ ਆਖਿਆ, ਕਹਿੰਦੇ ਬਾਹਰ ਕਿਹੜੇ ਖਸਮ ਕੋਲੇ ਗਏ ਸੀ ਭਾਈ? ਖਸਮ ਤਾਂ ਤੁਹਾਡਾ ਆ ਬੈਠਾ। ਆਖੋ ਸਤਨਾਮ ਸ੍ਰੀ। ਬਾਪੂ ਤਾਂ ਆ ਬੈਠਾ, ਬਾਹਰੇ ਤੁਹਾਨੂੰ ਕਿਹਨੇ ਬਚਾਉਣਾ ਸੀ? ਦੱਸੋ ਕੌਣ ਆ ਬਚਾਉਣ ਵਾਲਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਬਾਹਰੇ ਭੱਜਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠੋ, ਇਹ ਬਾਪੂ ਨੇ ਰੱਖਿਆ ਕਰਨੀ ਆ ਹਲਤ ਪਲਤ। ਤੇ ਇਹੀ ਗੁਰਮੁਖ ਪਿਆਰਿਓ ਅੱਜ ਆਪਣਾ ਹਾਲ ਹੋਇਆ ਹੋਇਆ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਛੱਡ ਕੇ
ਆਪਾਂ ਕਿੱਥੇ ਕਿੱਥੇ ਜਾ ਰਹੇ ਹਾਂ, ਦੇਖੋ ਨਜ਼ਰ ਮਾਰੋ ਕਿੱਧਰ ਫਿਰ ਰਹੇ ਹਾਂ। ਕਿਰਪਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਣੀ ਹੈ, ਇੱਥੋਂ ਹੀ ਖਾਲੀ ਝੋਲੀ ਭਰਨੀ ਹੈ ਗੁਰਮੁਖ ਪਿਆਰਿਓ, ਇੱਥੋਂ ਹੀ ਖਾਲੀ ਝੋਲੀ ਭਰਨੀ ਹੈ। ਰਹੋ ਵਿਚਾਰ, ਹੁਣ ਸੰਗਤ ਕਰਦਾ ਹੈ ਹਰ ਸਮੇਂ, ਸੇਵਾ ਕਰਦਾ, ਸੰਗਤ ਦੀ ਬਾਣੀ ਪੜ੍ਹਦਾ, ਮਨ ਬਦਲ ਗਿਆ, ਜੀਵਨ ਬਦਲ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਖੁਸ਼ ਹੋ ਗਏ। ਭਾਈ ਲੱਖੂ ਨੂੰ ਕਹਿੰਦੇ, ਭਾਈ ਲੱਖੂ ਐਂ ਕਰ, ਹੁਣ ਤੇਰੀ ਡਿਊਟੀ ਇੱਥੋਂ ਬਦਲ ਕੇ ਲਾਹੌਰ ਦੇ ਵਿੱਚ ਲਾਉਨੇ ਆ, ਤੇ ਲਾਹੌਰ ਦੇ ਵਿੱਚ ਜਾ ਕੇ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜ, ਸੰਗਤ ਨੂੰ ਜੋੜ, ਤੇ ਸੰਗਤ ਨਾਮ ਬਾਣੀ ਪੜ੍ਹੇ, ਸੇਵਾ ਤੇ ਸਿਮਰਨ ਕਰੇ, ਘਰ ਘਰ ਜਾ ਕੇ ਹੋਕਾ ਦੇ ਜਾ ਕੇ। ਹੁਣ ਭਾਈ ਲੱਖੂ ਜੀ ਲਾਹੌਰ ਦੇ ਵਿੱਚ ਚਲੇ ਗਏ, ਗਲੀਆਂ ਦੇ ਵਿੱਚ ਫਿਰਦੇ ਆ, ਸੰਗਤ ਨੂੰ ਹੋਕਾ ਦਿੰਦੇ, ਭਾਈ ਸੇਵਾ ਕਰੋ, ਸਿਮਰਨ ਕਰੋ, ਹੋਕਾ ਦਿੰਦੇ ਆ। ਚੌਕੀਦਾਰ ਦਾ ਕੰਮ ਹੁੰਦਾ ਹੋਕਾ ਦੇਣਾ, ਜਾਗਣਾ ਨਾ ਜਾਗਣਾ ਇਹ ਤਾਂ ਗੁਰਮੁਖ ਪਿਆਰਿਓ ਸਾਡੀ ਮਰਜ਼ੀ ਆ ਵੀ ਆਪਾਂ ਜਾਗਣਾ ਜਾਂ ਨਹੀਂ ਜਾਗਣਾ, ਚੌਕੀਦਾਰ ਦਾ ਕੰਮ ਆ ਹੋਕਾ ਦੇਣਾ। ਹੁਣ ਲੱਖੂ ਧਾੜਵੀ ਜੀ ਹੋਕਾ ਦਿੰਦੇ ਆ, ਭਾਈ ਜਾਗੋ, ਕਿਉਂਕਿ ਜੀਵਨ ਮਿਲਿਆ ਸੇਵਾ ਤੇ ਸਿਮਰਨ ਦੇ ਵਾਸਤੇ, ਸੇਵਾ ਕਰੋ, ਸਿਮਰਨ ਕਰੋ, ਸਤ ਸੰਗਤ ਦੇ ਵਿੱਚ ਜਾਓ। ਔਰ ਇਹ ਗਲੀਆਂ ਦੇ ਵਿੱਚ ਆਵਾਜ਼ਾਂ ਲਾਉਂਦੇ ਫਿਰਦੇ ਆ। ਤੇ ਗੁਰਮੁਖ ਪਿਆਰਿਓ ਉਸੇ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਜਿਹਦਾ ਨਾਮ ਆ ਭਾਈ ਬੁੱਧੂ, ਭਾਈ ਬੁੱਧੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੇ ਗਿਆ, ਬੇਨਤੀ ਕੀਤੀ, ਮਹਾਰਾਜ ਜੀ ਕਿਰਪਾ ਕਰੋ, ਮੈਂ ਘਰ ਦੇ ਵਿੱਚ ਇੱਟਾਂ ਦਾ ਆਵਾ ਪਾਇਆ, ਕਿਰਪਾ ਕਰੋ ਮੇਰੀਆਂ ਇੱਟਾਂ ਪੱਕੀਆਂ ਨਿਕਲ ਆਉਣ, ਅਰਦਾਸ ਬੇਨਤੀ ਕਰ ਦਿਓ, ਜੋਦੜੀ ਕਰ ਦਿਓ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਭਾਈ ਐਂ ਕਰ, ਘਰ ਦੇ ਵਿੱਚ ਸੰਗਤ ਦੇ ਲੰਗਰ ਤਿਆਰ ਕਰ, ਸੰਗਤ ਨੂੰ ਲੰਗਰ ਛਕਾ, ਗੁਰੂ ਸਾਹਿਬ ਦੇ ਓਟ ਆਸਰੇ ਲੈ, ਕਿਰਪਾ ਹੋ ਜਾਣੀ ਹੈ, ਬਹੁਤ ਬਖਸ਼ਿਸ਼ ਹੋ ਜਾਣੀ ਆ, ਇੱਟਾਂ ਪੱਕੀਆਂ ਨਿਕਲਣਗੀਆਂ ਤੇਰੀਆਂ। ਹੁਣ ਘਰ ਦੇ ਵਿੱਚ ਜਾ ਕੇ ਗੁਰੂ ਮਹਾਰਾਜ ਜੀ ਦਾ ਬਚਨ ਮੰਨ ਕੇ ਭਾਈ ਬੁੱਧੂ ਨੇ ਲੰਗਰ ਲਾਇਆ ਸੰਗਤ ਦੇ ਲਈ। ਬੇਅੰਤ ਸੰਗਤਾਂ ਆਈਆਂ, ਸ਼ਹਿਰ ਦੀਆਂ ਸੰਗਤਾਂ ਜੁੜੀਆਂ, ਲੰਗਰ ਚੱਲ ਰਿਹਾ, ਪ੍ਰਸ਼ਾਦ ਤਿਆਰ ਕੀਤਾ, ਤੇ ਉਸੇ ਗਲੀਆਂ ਦੇ ਵਿੱਚ ਭਾਈ ਲੱਖੂ ਜੀ ਤੁਰੇ ਫਿਰਦੇ ਆ, ਸੰਗਤ ਨੂੰ ਹੁੱਕਾ ਦਿੰਦੇ ਆ, ਭਾਈ ਨਾਮ ਬਾਣੀ ਦੇ ਨਾਲ ਜੁੜੋ, ਸੇਵਾ ਤੇ ਸਿਮਰਨ ਨਾਲ ਜੁੜੋ। ਉਹਨਾਂ ਨੇ ਦੇਖਿਆ ਵੀ ਸੰਗਤ ਦਾ ਇਕੱਠ ਬਹੁਤ ਹੈ, ਭਾਈ ਲੱਖੂ ਜੀ ਸੰਗਤ ਦਾ ਇਕੱਠ ਦੇਖ ਕੇ ਆ ਗਏ ਵੀ ਇਹ ਤਾਂ ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਆਪਾਂ ਵੀ ਲੰਘਦੇ ਹੋਏ ਪ੍ਰਸ਼ਾਦਾ ਪਾਣੀ ਛਕ ਚੱਲਦੇ ਆ। ਆਵਾਜ਼ ਮਾਰੀ, ਭਾਈ ਬੁੱਧੂ ਮੈਨੂੰ ਵੀ ਪ੍ਰਸ਼ਾਦਾ ਛਕਾ ਦੇ, ਔਰ ਪ੍ਰਸ਼ਾਦ ਜਿਹੜਾ ਤੈਂ ਤਿਆਰ ਕੀਤਾ ਛਕਾ ਦੇ। ਉਹ ਭਾਈ ਬੁੱਧੂ ਕਹਿੰਦਾ, ਰੁਕ ਜਾ, ਤੇਰੇ ਤੋਂ ਖੜਿਆ ਨਹੀਂ ਜਾਂਦਾ। ਥੋੜਾ ਜਿਹਾ ਰੁੱਖਾ ਜਿਹਾ ਬੋਲਿਆ, ਰੁਕ ਜਾ, ਪਹਿਲਾਂ ਮੈਨੂੰ ਸੰਗਤ ਦੀ ਸੇਵਾ ਕਰ ਲੈਣ ਦੇ। ਕਿੱਧਰੋਂ ਆ ਗਿਆ ਕਮਲਾ, ਇਹ ਵੱਲ ਬੋਲੀ ਗੁਰੂ ਪਿਆਰਿਓ। ਤੇ ਭਾਈ ਲੱਖੂ ਜੀ ਕੁਛ ਨਾ ਬੋਲੇ, ਕੁਝ ਸਮਾਂ ਖੜੇ ਰਹੇ, ਫੇਰ ਦੁਬਾਰਾ ਫੇਰ ਕਿਹਾ ਵੀ ਮੈਨੂੰ ਵੀ ਛਕਾ ਦੇ ਭਾਈ ਪ੍ਰਸ਼ਾਦਾ। ਕਹਿੰਦਾ ਜਾ ਨੱਠ ਜਾ ਇੱਥੋਂ, ਮੈਂ ਨਹੀਂ ਛਕਾਉਂਦਾ ਤੈਨੂੰ ਪ੍ਰਸ਼ਾਦਾ, ਭਾਜਾ ਮੁੜ ਜਾ। ਹੁਣ ਭਾਈ ਲੱਖੂ ਜੀ ਨੇ ਉੱਥੇ ਅਰਦਾਸ ਕਰਤੀ ਖੜੇ ਹੋ ਕੇ, ਕਹਿੰਦਾ ਮਹਾਰਾਜ ਜੀ ਜਿਹੜਾ ਕੰਮ ਇਹ ਕਰ ਰਿਹਾ ਨਾ ਵੀ ਇੱਟਾਂ ਪੱਕੀਆਂ ਨਿਕਲ ਆਉਣ, ਵੀ ਕਿਰਪਾ ਕਰ ਦਿਓ ਵੀ ਇਹਦਾ ਆਵਾ ਕੱਚਾ ਹੀ ਰਹੇ, ਇਹਦੀਆਂ ਇੱਟਾਂ ਪੱਕਣ ਨਾ। ਅਰਦਾਸ ਕਰਤੀ ਗੁਰਮੁਖ ਪਿਆਰਿਓ। ਦੇਖੋ ਅਰਦਾਸ ਜਿਹੜੀ ਹੁੰਦੀ ਆ ਨਾ ਅੰਦਰੋਂ ਨਿਕਲਦੀ ਆ। ਆਪਣੀਆਂ ਅਰਦਾਸਾਂ ਕਿਉਂ ਨਹੀਂ ਪੂਰੀਆਂ ਹੁੰਦੀਆਂ, ਮਾਫ ਕਰਨਾ, ਆਪਣਾ ਮਨ ਕਿਤੇ ਹੋਰ ਹੁੰਦਾ ਹੈ ਤੇ ਆਪਾਂ ਮੁਖ ਦੇ ਵਿੱਚੋਂ ਅਰਦਾਸ ਕਰਦੇ ਆ। ਜਿੰਨਾ ਚਿਰ ਮੁਖ ਤੇ ਰਸਨਾ ਤੇ ਮਨ ਦਾ ਮੇਲ ਨਹੀਂ ਬਣਦਾ, ਕਿਉਂਕਿ ਜਿਹਦੇ ਅੱਗੇ ਅਰਦਾਸ ਕਰਦੇ ਆ ਉਹ ਵੀ ਅੰਦਰ ਹੀ ਬੈਠਾ, ਉਹ ਕਿਹੜਾ ਬਾਹਰ ਆ ਕਿਤੇ। ਸਮਾਂ ਵੀ ਹੋ ਚੱਲਿਆ, ਉਹ ਤਾਂ ਅੰਦਰ ਹੀ ਬੈਠਾ, ਉਹ ਬਾਹਰ ਨਹੀਂ ਹੈ। ਜਿਹਦੇ ਅੱਗੇ ਅਰਦਾਸਾਂ ਕਰਦੇ ਆਪਾਂ, ਅਰਦਾਸ ਫੇਰ ਹੀ ਸੁਣੀ ਜਾਂਦੀ ਹੈ। ਤੇ ਜਦੋਂ ਅਸੀਂ ਮਨ ਕਰਕੇ ਅਰਦਾਸ ਕਰੀਏ, ਮਨੋਂ ਅਰਦਾਸ ਕਰੀਏ। ਹੁਣ ਉਹਨੇ ਆਪਣੇ ਮਨ ਦੇ ਨਾਲ ਅਰਦਾਸ ਕਰਤੀ। ਸ਼ਰਧਾਲੂ ਸੀ, ਹਰ ਸਮੇਂ ਬਾਣੀ ਪੜ੍ਹਦਾ ਸੀ, ਜਪਜੀ ਸਾਹਿਬ ਦੀ ਗੁਰਮੁਖ ਪਿਆਰਿਓ।
ਅਰਦਾਸ ਐਸੀ ਹੋਈ ਜਦੋਂ ਭਾਈ ਬੁੱਧੂ ਨੇ ਆਵਾ ਖੋਲਿਆ ਨਾ, ਸਮਾਂ ਲੰਘਿਆ, ਆਵਾ ਖੋਲਿਆ, 5-4 ਇੱਟਾਂ ਤਾਂ ਪੱਕੀਆਂ, ਬਾਕੀ ਸਾਰੀਆਂ ਇੱਟਾਂ ਕੱਚੀਆਂ। ਜਦੋਂ ਸਾਰੀਆਂ ਇੱਟਾਂ ਕੱਚੀਆਂ ਨਿਕਲੀਆਂ ਗੁਰਮੁਖ ਪਿਆਰਿਓ, ਹੁਣ ਦੇਖਦਾ ਕਹਿੰਦਾ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੇ ਜਾਣਾ ਚਾਹੀਦਾ ਮੈਨੂੰ। ਜਾ ਕੇ ਮਹਾਰਾਜ ਜੀ ਨੂੰ ਮੈਂ ਕਹਾ ਵੀ ਤੁਸੀਂ ਤਾਂ ਮੈਨੂੰ ਜਿਹੜਾ ਕੰਮ ਕਿਹਾ ਸੀ, ਮੈਂ ਸੰਗਤ ਦੇ ਲਈ ਲੰਗਰ ਤਿਆਰ ਕੀਤਾ, ਸੰਗਤ ਦੀ ਸੇਵਾ ਕੀਤੀ, ਇੱਟਾਂ ਮੇਰੀਆਂ ਫੇਰ ਵੀ ਕੱਚੀਆਂ। ਚਲਿਆ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿੰਦਾ ਮਹਾਰਾਜ ਜੀ ਜਿਵੇਂ ਤੁਸੀਂ ਕਿਹਾ ਸੀ ਮੈਂ ਉਵੇਂ ਹੀ ਕੀਤਾ। ਮੈਂ ਬਾਣੀ ਪੜ੍ਹੀ ਘਰ ਦੇ ਵਿੱਚ, ਸੰਗਤ ਦੇ ਲਈ ਲੰਗਰ ਲਗਾਏ, ਔਰ ਜਿਵੇਂ ਤੁਸੀਂ ਕਿਹਾ ਉਵੇਂ ਇੰਨ ਬਿੰਨ ਮੈਂ ਤੁਹਾਡੇ ਹੁਕਮਾਂ ਦੀ ਪਾਲਣਾ ਕੀਤੀ, ਪਰ ਮੇਰਾ ਆਵਾ ਫੇਰ ਵੀ ਕੱਚਾ ਨਿਕਲ ਗਿਆ। ਕੀ ਹੋ ਗਿਆ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤੇਰੇ ਕੋਲੋਂ ਕੋਈ ਭੁੱਲ ਹੋਈ ਹੈ, ਕੋਈ ਗਲਤੀ ਹੋਈ ਹੈ, ਨਿਗਾਹ ਮਾਰ ਕੀ ਗਲਤੀ ਹੋਈ ਹੈ। ਕਹਿੰਦਾ ਜੀ ਗਲਤੀ ਮੇਰੇ ਕੋਲੋਂ ਕਿਹੜੀ ਹੋਈ ਹੈ? ਸੋਚ ਲੈ, ਵਿਚਾਰ ਲੈ। ਉਹਦੇ ਜਦੀ ਯਾਦ ਆ ਗਿਆ, ਕਹਿੰਦਾ ਵੀ ਇੱਕ ਗੁਰੂ ਦਾ ਸਿੱਖ ਆਇਆ ਸੀ ਭਾਈ ਲੱਖੂ, ਮੈਂ ਉਹਨੂੰ ਮੋੜਤਾ ਬਿਨਾ ਪ੍ਰਸਾਦਾ ਸਕੇ ਤੋਂ। ਮਹਾਰਾਜ ਜੀ ਨੂੰ ਕਹਿੰਦਾ ਮਹਾਰਾਜ ਜੀ ਇੱਕ ਕਮਲਾ ਜਿਹਾ ਸਿੱਖ ਆਇਆ ਸੀ ਪਾਗਲ ਅਵਸਥਾ ਦੇ ਵਿੱਚ। ਮਹਾਰਾਜ ਜੀ ਕਹਿੰਦੇ ਉਹ ਪਾਗਲ ਨਹੀਂ, ਉਹ ਜਪਜੀ ਸਾਹਿਬ ਦੀ ਬਾਣੀ ਹਰ ਸਮੇਂ ਪੜ੍ਹਦਾ। ਤੂੰ ਕਹਿਣਾ ਬਈ ਤੁਹਾਡੀ ਅਰਦਾਸ ਨਹੀਂ ਪੂਰੀ ਹੋਈ, ਹੁਣ ਉਹਦੀ ਰਸਨਾ ਤੇ ਹਰ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਆ। ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਚਨ ਮੋੜ ਸਕਦਾ? ਆਖੋ ਸਤਨਾਮ ਸ੍ਰੀ। ਉਹਨਾਂ ਦਾ ਵਚਨ ਲਲਟਾ ਸਕਦਾ? ਮੈਂ ਉਹਨਾਂ ਤੋਂ ਵੱਡਾ ਹੋ ਸਕਦਾ? ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਮੈਂ ਤਾਂ ਆਪ ਉਹਨਾਂ ਦੇ ਚਰਨਾਂ ਦਾ ਭੌਰਾ, ਉਹਨਾਂ ਦੀ ਓਟ ਲੈ ਕੇ ਚੱਲਦਾ ਵੀ ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਚਨ ਕਿਵੇਂ ਟਾਲ ਸਕਦਾ। ਉਹਦੀ ਰਸਨਾ ਤੇ ਹਰ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਸ ਕਰਦੇ ਆ। ਇਸੇ ਕਰਕੇ ਤੇਰਾ ਆਵਾ ਜਿਹੜਾ ਉਹ ਕੱਚਾ ਰਹਿ ਗਿਆ, ਉਹਨੂੰ ਤੈਂ ਪ੍ਰਸਾਦਾ ਨਹੀਂ ਛਕਾਇਆ। ਕਿਉਂਕਿ ਮਹਾਰਾਜ ਜੀ ਕਹਿੰਦੇ ਮੇਰੇ ਪਿਆਰੇ ਨੂੰ ਫਕਰ ਨਾ ਜਾਣੀ, ਰਸਨਾ ਤੇਰਾ ਪੇ ਬੋਲਦਾ। ਮੇਰੇ ਪਿਆਰੇ ਨੂੰ ਫਕਰ ਨਾ ਤੂੰ ਜਾਣੀ, ਰਸਨਾ ਤੇਰਾ ਪੇ ਬੋਲਦਾ। ਮੇਰੇ ਪਿਆਰੇ ਨੂੰ ਫਕਰ ਨਾ ਜਾਣੀ, ਰਸਨਾ ਤੇਰਾ ਬੋਲਦਾ। ਮੇਰੇ ਪਿਆਰੇ ਨੂੰ ਫਕਰ ਨਾ ਜਾਣੀ, ਰਸਨਾ ਤੇਰਾ ਬੋਲਦਾ। ਰਸਨਾ ਤੇਰਾ ਪੇ ਬੋਲਦਾ। ਪਿਆਰੇ ਜੀ ਰਸਨਾ ਤੇਰਾ ਬੋਲਦਾ। ਪਿਆਰਿਓ ਰਸਨਾ ਤੇਰਾ ਬੋਲਦਾ। ਰਸਨਾ ਤੇਰਾ ਬੋਲਦਾ। ਪਿਆਰੇ ਜੀ ਰਸਨਾ ਤੇਰਾ ਬੋਲਦਾ। ਮੇਰੇ ਪਿਆਰੇ ਨੂੰ ਫਕਰ ਨਾ ਤੂੰ ਜਾਣੀ, ਫਕਰ ਨਾ ਤੂੰ ਜਾਣੀ, ਰਸਨਾ ਤੇਰਾ ਪੇ ਬੋਲਦਾ। ਮੇਰੇ ਪਿਆਰੇ ਨੂੰ ਫਕਰ ਨਾ ਤੂੰ ਜਾਣੀ, ਰਸਨਾ ਤੇਰਾ ਪੇ ਬੋਲਦਾ। ਪਿਆਰੇ ਨੂੰ ਫਕਰ ਨਾ ਜਾਣੀ, ਰਸਨਾ ਤੇਰਾ ਬੋਲਦਾ। ਮੇਰੇ ਪਿਆਰੇ ਨੂੰ ਫਕਰ ਨਾ ਜਾਣੀ, ਰਸਨਾ ਤੇਰਾ ਬੋਲਦਾ। ਪਿਆਰੇ ਨੂੰ ਫਕਰ ਨਾ ਜਾਣੀ, ਰਸਨਾ ਤੇਰਾ ਬੋਲਦਾ। ਮੇਰੇ ਪਿਆਰੇ ਨੂੰ ਫਕਰ ਨਾ ਜਾਣੀ, ਰਸਨਾ ਤੇਰਾ ਬੋਲਦਾ। ਮੇਰੀ ਬਾਂਦੀ ਭਗਤ ਛੁਡਾਵੇ,
ਬਾਂਦੀ ਭਗਤ ਨਾ ਸੂਟੈ ਮੋਹੇ। ਮਹਾਰਾਜ ਜੀ ਕਹਿੰਦੇ ਜਿਹੜੀ ਗੱਲ ਭਗਤ ਕਹਿ ਦੇਣ ਨਾ ਰੱਬ ਦੇ ਪਿਆਰੇ, ਉਹਨੂੰ ਰੱਬ ਮੋੜ ਨਹੀਂ ਸਕਦਾ। ਤੇ ਗੁਰਮੁਖ ਪਿਆਰਿਓ, ਇਹ ਦਿਲ ਦੇ ਵਿੱਚੋਂ ਨਿਕਲੀ ਹੋਈ ਅਰਦਾਸ ਪੂਰੀ ਹੋਈ ਹੈ। ਹੁਣ ਆਪਾਂ ਗੁਰਮੁਖ ਪਿਆਰਿਓ ਸਿੱਖਿਆ ਕੀ ਮਿਲਦੀ ਹੈ ਗੱਲ ਦੇ ਵਿੱਚੋਂ? ਹਰ ਗੱਲ ਦੇ ਵਿੱਚੋਂ ਕੋਈ ਸਿੱਖਿਆ ਹੁੰਦੀ ਆ। ਕਥਾ ਕਹਾਣੀ ਵਿਚਾਰ ਜਿਹੜੀ ਆਪਾਂ ਕਰਦੇ ਹਾਂ ਉਹਦਾ ਛਿੱਟਾ ਹੁੰਦਾ ਹੈ, ਉਹਦਾ ਨਤੀਜਾ ਹੁੰਦਾ ਹਰ ਗੱਲ ਦਾ। ਜਿਵੇਂ ਬੱਚਾ ਪੇਪਰ ਦਿੰਦਾ ਹੈ, ਉਹਦੇ ਅਧਿਆਪਕ ਆ ਜਿਹੜਾ ਉਹਦੇ ਅੰਕ ਦਿੰਦਾ ਹੈ, ਉਹਦੀ ਪਰਸੈਂਟੇਜ ਕੱਢਦਾ, ਨਤੀਜਾ ਕੱਢਦਾ ਵੀ ਇਹ ਪਾਸ ਹੈ, ਪਹਿਲੇ ਨੰਬਰ ਤੇ ਆ, ਦੂਜੇ ਤੇ ਆ, ਤੀਜੇ ਤੇ ਆ, ਜਾਂ ਫੇਲ ਹੈ। ਹਰ ਗੱਲ ਦਾ ਨਤੀਜਾ ਹੁੰਦਾ। ਹੁਣ ਇਹਦੇ ਵਿੱਚੋਂ ਸਿੱਟਾ ਕੀ ਨਿਕਲਿਆ ਗੱਲ ਦੇ ਵਿੱਚੋਂ? ਜਿਹੜੀ ਆਪਾਂ ਕਥਾ ਕੀਰਤਨ ਵਿਚਾਰ ਕਰੀ ਹੈ ਉਹਦੇ ਵਿੱਚੋਂ ਸਿੱਟਾ ਕੀ ਨਿਕਲਿਆ? ਸਿੱਟਾ ਇਹੀ ਨਿਕਲਦਾ ਬਈ ਜਿਹੜਾ ਗੁਰੂ ਦੀ ਸੰਗਤ ਕਰਦਾ ਭਾਵੇਂ ਪਾਪੀ ਹੋਵੇ, ਸਾਰੀ ਜ਼ਿੰਦਗੀ ਪਾਪ ਕਰੇ ਹੋਣ, ਪਰ ਜਦੋਂ ਕਿਸੇ ਪੂਰੇ ਦੀ ਸੰਗਤ ਕਰ ਲੈਂਦਾ, ਪੂਰੇ ਮਹਾਪੁਰਸ਼ ਦੀ ਸੰਗਤ ਕਰ ਲੈਂਦਾ, ਉਹਦਾ ਜੀਵਨ ਬਦਲ ਜਾਂਦਾ। ਤੇ ਗੁਰਮੁਖ ਪਿਆਰਿਓ, ਬੱਚੇ ਨੇ ਕਵਿਤਾ ਗਾਉਣੀ ਹੈ ਇੱਕ, ਸਰਵਣ ਕਰਿਓ ਮਹਾਪੁਰਸ਼ਾਂ ਦੇ ਪ੍ਰਥਾਏ, ਗੁਰੂ ਸਾਹਿਬ ਦੇ ਪ੍ਰਥਾਏ। ਸਾਰੀ ਸੰਗਤ ਸਰਵਣ ਕਰਿਓ ਪਿਆਰ ਦੇ ਨਾਲ। ਸੁਣਾਓ ਭਾਈ ਕਵਿਤਾ। ਸਾਦੀ ਜਿਹੀ ਰਹਿਣੀ ਨੇ ਮੋਹ ਲਿਆ ਕਿਵੇਂ ਜ਼ਮਾਨਾ ਸਾਰਾ, ਖਿੱਚ ਪਵੇ ਅਨੋਖੀ ਜਿਹੀ ਲੱਗਦਾ ਸੀ ਸਭਨਾਂ ਨੂੰ ਪਿਆਰਾ। ਸਾਦੀ ਜਿਹੀ ਰਹਿਣੀ ਨੇ ਮੋਹ ਲਿਆ ਕਿਵੇਂ ਜ਼ਮਾਨਾ ਸਾਰਾ, ਖਿੱਚ ਪਵੇ ਅਨੋਖੀ ਜਿਹੀ ਲੱਗਦਾ ਸੀ ਸਭਨਾਂ ਨੂੰ ਪਿਆਰਾ। ਉਹ ਬੜੇ ਦਿਹਾੜੇ ਸੀ ਤੇਰੇ ਨਾਲ ਬੀਤ ਗਏ ਜਿਹੜੇ, ਧਨ ਧਨ ਨੇ ਨੈਣ ਉਹ ਜਿਨ੍ਹਾਂ ਨੇ ਕਰੇ ਦੀਦਾਰ ਤੇਰੇ। ਧਨ ਧਨ ਨੇ ਨੈਣ ਉਹ ਜਿਨ੍ਹਾਂ ਨੇ ਕਰੇ ਦੀਦਾਰ ਤੇਰੇ। ਦਰਦੀ ਸੀ ਦੁਖੀਆਂ ਦੇ ਸਭ ਨੂੰ ਨਾਲ ਗਲੇ ਦੇ ਲਾਉਂਦੇ, ਰਹਿੰਦੇ ਸੀ ਹਰ ਵੇਲੇ ਸੰਗਤਾਂ ਕੋਲੋਂ ਨਾਮ ਜਪਾਉਂਦੇ। ਦਰਦੀ ਸੀ ਦੁਖੀਆਂ ਦੇ ਸਭ ਨੂੰ ਨਾਲ ਗਲੇ ਦੇ ਲਾਉਂਦੇ, ਰਹਿੰਦੇ ਸੀ ਹਰ ਵੇਲੇ ਸੰਗਤਾਂ ਕੋਲੋਂ ਨਾਮ ਜਪਾਉਂਦੇ। ਤਾਕਰੂ ਉਸ ਰੱਬੀ ਨੂੰ ਦਿਲਾਂ ਵਿੱਚ ਆ ਜਾਂਦੇ ਸੀ ਖੇੜੇ, ਧਨ ਧਨ ਨੇ ਨੈਣ ਉਹ ਜਿਨ੍ਹਾਂ ਨੇ ਕਰੇ ਦੀਦਾਰ ਤੇਰੇ। ਧਨ ਧਨ ਨੇ ਨੈਣ ਉਹ ਜਿਨ੍ਹਾਂ ਨੇ ਕਰੇ ਦੀਦਾਰ ਤੇਰੇ। ਉਹ ਨੈਣ ਧਨ ਨੇ ਜਿਨ੍ਹਾਂ ਨੇ ਦੀਦਾਰੇ ਕੀਤੇ ਗੁਰਮੁਖ ਪਿਆਰਿਓ। ਕਿਉਂਕਿ ਦੇਖੋ ਲੱਖੂ ਧਾੜਕੀ ਦਾ ਜੀਵਨ ਬਦਲ ਗਿਆ, ਉਹਨੇ ਗੁਰੂ ਦੇ ਦੀਦਾਰੇ ਕੀਤੇ। ਭਾਈ ਪ੍ਰਾਣਾ ਜੀ ਨੇ ਸੰਗਤ ਕਰਵਾਈ ਤੇ ਜੀਵਨ ਬਦਲ ਗਿਆ। ਜਿਹੜੇ ਗੁਰੂ ਦੇ ਦਰਸ਼ਨ ਦੀਦਾਰੇ ਕਰਦੇ ਆ ਦਰ ਤੇ ਆ ਕੇ, ਉਹਨਾਂ ਦਾ ਜੀਵਨ ਬਦਲ ਜਾਂਦਾ ਪਿਆਰਿਓ। ਬੜੋ ਪਿਆਰ ਦੇ ਨਾਲ। ਨਹੀਂ ਭੁੱਖ ਸੀ ਮਾਇਆ ਦੀ, ਨਹੀਂ ਚਾਹੁੰਦੇ ਸੀ ਵਡਿਆਈ। ਵਾਹ ਜੀ ਵਾਹ। ਲੁਕ ਲੁਕ ਕੇ ਦੁਨੀਆ ਤੋਂ ਕਹਿੰਦੇ ਸੀ ਕਰਨੀ ਅਸਲ ਕਮਾਈ। ਨਹੀਂ ਭੁੱਖ ਸੀ ਮਾਇਆ ਦੀ, ਨਹੀਂ ਚਾਹੁੰਦੇ ਸੀ ਵਡਿਆਈ। ਲੁਕ ਲੁਕ ਕੇ ਦੁਨੀਆ ਤੋਂ
ਕਹਿੰਦੇ ਸੀ ਕਰਨੀ ਅਸਲ ਕਮਾਈ। ਭਰ ਰੇ ਗਵਾਈਆਂ ਨੇ ਭਰੇ ਅੱਜ ਸੰਗਤਾਂ ਦੇ ਨਾਲ ਵੇੜੇ। ਧੰਨ ਧੰਨ ਨੇ ਨੈਣ ਉਹ ਜਿਨ੍ਹਾਂ ਨੇ ਕਰੇ ਦੀਦਾਰੇ ਤੇਰੇ। ਧੰਨ ਧੰਨ ਨੇ ਨੈਣ ਉਹ ਜਿਨ੍ਹਾਂ ਨੇ ਕਰੇ ਦੀਦਾਰੇ ਤੇਰੇ। ਹੁਣ ਗੁਰਮੁਖ ਪਿਆਰਿਓ ਇਸ ਗੱਲ ਦੀ ਗਵਾਹੀ ਹੈ ਵੀ ਮਹਾਂਪੁਰਸ਼ ਸ੍ਰੀ ਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ, ਸੰਤ ਬਾਬਾ ਬੰਤ ਸਿੰਘ ਜੀ ਮਹਾਰਾਜ, ਬਾਬਾ ਨਾਰ ਸਿੰਘ ਜੀ ਮਹਾਰਾਜ, ਸੰਤ ਬਾਬਾ ਬਲਜੀਤ ਸਿੰਘ ਜੀ ਮਹਾਰਾਜ ਮੌਜੂਦਾ ਮੁਖੀ, ਇਹਨਾਂ ਮਹਾਂਪੁਰਸ਼ਾਂ ਦੇ ਪਿਆਰ ਦੇ ਵਿੱਚ ਆਪਾਂ ਸਾਰੇ ਇਕੱਤਰ ਹੁੰਦੇ ਹਾਂ, ਗੁਰਮੁਖ ਪਿਆਰੇ ਪਹੁੰਚਦੇ ਹਾਂ। ਔਰ ਜਦੋਂ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਆ ਤਾਂ ਗੁਰਮੁਖ ਪਿਆਰੋ ਕਿਰਪਾ ਹੁੰਦੀ ਹੈ। ਆਪਾਂ ਉਹਨਾਂ ਮਹਾਂਪੁਰਸ਼ਾਂ ਦੀ ਅੱਜ ਯਾਦ ਦੇ ਅੰਦਰ ਜੁੜੇ ਆ ਜਿਨ੍ਹਾਂ ਨੇ ਸੰਗਤਾਂ ਨੂੰ ਨਾਮ ਜਪਾਇਆ ਤੇ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਸਾਰੇ ਇਕੱਤਰ ਹੋਏ ਆ, ਜੁੜ ਕੇ ਬੈਠੇ ਆ ਪਿਆਰਿਓ। ਪੜੋ ਜੀ। ਹਰ ਸਾਹ ਦੇ ਨਾਲ ਉਹਨਾਂ ਜਸ ਗੁਰੂ ਨਾਨਕ ਦਾ ਸੀ ਗਾਇਆ। ਖੇੜੀ ਗੌੜੀਆਂ ਚ ਗਗੜੀਆ ਤੀਰਥ ਪਿਆ ਬਣਾਇਆ। ਹਰ ਸਾਹ ਦੇ ਨਾਲ ਉਹਨਾਂ ਜਸ ਗੁਰੂ ਨਾਨਕ ਦਾ ਸੀ ਗਾਇਆ। ਖੇੜੀ ਗੌੜੀਆਂ ਚ ਗਗੜੀਆ ਤੀਰਥ ਪਿਆ ਬਣਾਇਆ। ਮੇਲੇ ਲੱਗਦੇ ਹੀ ਰਹਿਣੇ ਹੁੰਦੀ ਮਹਿਮਾ ਚਾਰ ਚੁਫੇਰੇ। ਵਾਹ ਵੀ ਵਾਹ। ਧੰਨ ਧੰਨ ਨੇ ਨੈਣ ਉਹ ਜਿਨ੍ਹਾਂ ਨੇ ਕਰੇ ਦੀਦਾਰੇ ਤੇਰੇ। ਧੰਨ ਧੰਨ ਨੇ ਨੈਣ ਉਹ ਜਿਨ੍ਹਾਂ ਨੇ ਕਰੇ ਦੀਦਾਰੇ ਤੇਰੇ। ਵਾਹ ਵੀ ਵਾਹ, ਬਹੁਤ ਵਧੀਆ ਕਵਿਤਾ ਪੜ੍ਹੀ ਆ ਬੱਚੇ ਨੇ। ਦੇਖੋ ਗੁਰਮੁਖ ਪਿਆਰਿਓ, ਅੱਜ ਮੇਲੇ ਲੱਗਦੇ ਆ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਦੇ ਅੰਦਰ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ। ਔਰ ਮਹਾਂਪੁਰਸ਼ ਮੌਜੂਦਾ ਮੁਖੀ ਸ੍ਰੀ ਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਮਹਾਰਾਜ ਨਾਮ ਦੀ ਕਮਾਈ ਕਰ ਰਹੇ ਆ, ਸੰਗਤਾਂ ਨੂੰ ਔਰ ਆਪਾਂ ਨੂੰ ਨਾਮ ਬਾਣੀ ਦੇ ਨਾਲ ਜੋੜ ਰਹੇ ਆ ਗੁਰਮੁਖ ਪਿਆਰਿਓ। ਸੋ ਮੈਂ ਮਾਫੀ ਵੀ ਚਾਹੁੰਦਾ ਸੰਗਤ ਤੋਂ, ਕਿਉਂਕਿ ਜਦੋਂ ਆਨੰਦ ਬਣਿਆ ਹੋਵੇ ਫਿਰ ਸਮੇਂ ਦਾ ਨਹੀਂ ਪਤਾ ਲੱਗਦਾ। ਮਹਾਂਪੁਰਸ਼ਾਂ ਤੋਂ ਮਾਫੀ ਚਾਹੁੰਦੇ ਆ। 9:30 ਵਜੇ ਤੱਕ ਸਮਾਪਤੀ ਹੋਣੀ ਸੀ, ਸਮਾਂ ਉੱਪਰ ਦੀ ਚੱਲ ਰਿਹਾ ਹੈ। ਤੇ ਪਿਆਰ ਦੇ ਵਿੱਚ ਜਦੋਂ ਆਪਾਂ ਗੁਰਮੁਖ ਪਿਆਰਿਓ ਗੁਰੂ ਦੇ ਨਾਲ ਜੁੜਦੇ ਆ ਫਿਰ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਮੌਕੇ ਸਮਾਂ ਲੰਘ ਜਾਂਦਾ ਹੈ। ਸਮਾਂ ਪਿਆਰੇ ਦੀ ਯਾਦ ਦੇ ਵਿੱਚ ਬਤੀਤ ਹੋਇਆ, ਇੱਕ ਇੱਕ ਪਲ ਆਪਣਾ ਸਫਲਾ ਕੀਤਾ ਸਾਰਿਆਂ ਨੇ। ਜਿਵੇਂ ਲੱਖੂ ਧਾੜਵੀ ਦਾ ਜੀਵਨ ਬਦਲਿਆ, ਉਹਦੇ ਜੀਵਨ ਦੇ ਵਿੱਚ ਖੁਸ਼ੀਆਂ ਆ ਗਈਆਂ ਜਿਹੜਾ ਡਾਕੇ ਮਾਰਦਾ ਸੀ। ਹੁਣ ਆਪਾਂ ਆਪਣੇ ਅੰਦਰ ਵੀ ਝਾਤੀ ਮਾਰੋ ਵੀ ਆਪਣੇ ਅੰਦਰ ਕਿਹੜੇ ਔਗਣ ਨੇ, ਕਿਉਂਕਿ ਔਗਣਾਂ ਤੋਂ ਬਿਨਾਂ ਕੋਈ ਇਨਸਾਨ ਨਹੀਂ। ਆਪਾਂ ਸਾਰੇ ਔਗਣਾਂ ਦੇ ਨਾਲ ਭਰੇ ਹੋਏ ਜੀਵ ਆ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਕੌੜੇ ਰੀਠੇ ਨੂੰ ਮਿੱਠਾ ਕੀਤਾ ਗੁਰਮੁਖ ਪਿਆਰਿਓ। ਕੌੜਾ ਰੀਠਾ ਸੀ ਜਿਹੜਾ, ਉਹਨੂੰ ਮਹਾਰਾਜ ਜੀ ਨੇ ਮਿੱਠਾ ਕੀਤਾ ਤੇ ਵਿਸ਼ ਦੇ ਨਾਲ ਭਰਿਆ ਹੋਇਆ ਸੀ, ਜ਼ਹਿਰ ਦੇ ਨਾਲ ਭਰਿਆ ਹੋਇਆ ਸੀ। ਉਸੇ ਤਰ੍ਹਾਂ ਹੀ ਆਪਾਂ ਵੀ ਔਗਣਾਂ ਦੇ ਨਾਲ ਭਰੇ ਹੋਏ ਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਿਓ, ਮਹਾਰਾਜ ਜੀ ਸਾਡੇ ਸਾਰਿਆਂ ਦੇ ਵਿੱਚੋਂ ਔਗਣ ਨਿਕਲ ਜਾਣ ਤੇ ਆਪਣੇ ਨਾਲ ਜੋੜ ਲਓ, ਸਾਡੇ ਅੰਦਰ ਗੁਣਾਂ ਦਾ ਵਾਸ ਹੋਵੇ, ਕਿਰਪਾ ਕਰਿਓ ਮਹਾਰਾਜ ਜੀ। ਜਿਵੇਂ ਕੌੜੇ ਰੀਠੇ ਦੀ ਮਹਾਰਾਜ ਜੀ ਉਦਾਹਰਨ ਦਿੰਦੇ ਆ, ਮੈਂ ਕੌੜਾ ਰੀਠਾ ਜੀ ਰਸਾਂ ਨਾਲ ਭਰਿਆ, ਰਸਾਂ ਨਾਲ ਭਰਿਆ। ਕੌੜਾ ਰੀਠਾ ਜੀ ਰਸਾਂ ਨਾਲ ਭਰਿਆ, ਰਸਾਂ ਨਾਲ ਭਰਿਆ। ਮੈਂ ਕੌੜਾ ਰੀਠਾ ਜੀ ਰਸਾਂ ਨਾਲ ਭਰਿਆ, ਰਸਾਂ ਨਾਲ ਭਰਿਆ। ਮੈਂ ਕੌੜਾ ਰੀਠਾ ਜੀ ਰਸਾਂ ਨਾਲ ਭਰਿਆ, ਰਸਾਂ ਨਾਲ ਭਰਿਆ। ਕੌੜਾ ਰੀਠਾ ਜੀ ਰਸਾਂ ਨਾਲ ਭਰਿਆ, ਰਸਾਂ ਨਾਲ ਭਰਿਆ।
ਕਿਰਪਾ ਕਰ ਦਿਓ ਮਹਾਰਾਜ ਜੀ, ਸਾਡੇ ਵਿੱਚੋਂ ਔਗਣਾਂ ਨੂੰ ਕੱਢ ਕੇ ਸਾਨੂੰ ਆਪਣੇ ਨਾਲ ਜੋੜੋ। ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਨੇ ਗੁਰਮੁਖ ਪਿਆਰੇ, ਜਦੋਂ ਬਾਣੀ ਨਾਲ ਜੁੜ ਜਾਓਗੇ, ਮਹਾਂਪੁਰਸ਼ਾਂ ਦੀ ਸੰਗਤ ਕਰੋਗੇ, ਜ਼ਿੰਦਗੀ ਦੇ ਵਿੱਚ ਪ੍ਰੇਮ ਆਊਗਾ, ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣਗੀਆਂ। ਸਾਰਾ ਚਾਰ ਸਪੇਰਾ ਮਹਿਕਿਆ ਮਹਿਕਿਆ ਲੱਗੂਗਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਔਰ ਮਹਾਂਪੁਰਸ਼ਾਂ ਦੀ ਸੰਗਤ ਕਰਾਂਗੇ ਗੁਰਮੁਖ ਪਿਆਰੇ। ਸੋ ਬਹੁਤ ਬਹੁਤ ਧੰਨਵਾਦ ਮਹਾਂਪੁਰਸ਼ਾਂ ਦਾ। ਸ੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਮਹਾਰਾਜ, ਜੋ ਬਹੁਤ ਹੀ ਪਿਆਰ ਵਾਲੇ ਨੇ, ਬਹੁਤ ਹੀ ਪਿਆਰ ਦਿੰਦੇ ਨੇ ਮਹਾਂਪੁਰਸ਼, ਔਰ ਅਰਦਾਸ ਵੀ ਕਰਦੇ ਆ ਮਹਾਰਾਜ ਜੀ ਦੇ ਅੱਗੇ, ਸਤਿਗੁਰੂ ਮਹਾਰਾਜ ਜੀ ਇਹਨਾਂ ਮਹਾਂਪੁਰਸ਼ਾਂ ਨੂੰ ਦੇਹ ਅਰੋਗਤਾ ਤੰਦਰੁਸਤੀ ਬਖਸ਼ਣ, ਸੰਗਤ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਰਹਿਣ। ਇਹੀ ਅਰਦਾਸਾਂ ਬੇਨਤੀਆਂ ਨੇ ਸਮੁੱਚੀ ਸੰਗਤ ਦਾ। ਭਾਈ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਰੋਜ਼ਾਨਾ ਭਾਈ ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਿਆ ਕਰੋ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ। ਸਾਰੀ ਸੰਗਤ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟ ਨੂੰ ਕੁਟਾਂ ਧੰਨਵਾਦ। ਕਿਰਪਾ ਕਰਨ ਸਤਿਗੁਰੂ ਮਹਾਰਾਜ ਜੀ। ਆਓ ਇੱਕ ਧਾਰਨਾ, ਉਸ ਤੋਂ ਬਾਅਦ ਸਮਾਪਤੀ ਹੈ। ਅਰਦਾਸ ਕਰਿਓ ਸਾਰੇ ਗੁਰੂ ਮਹਾਰਾਜ ਜੀ ਦੇ ਅੱਗੇ। ਐਸੀ ਦਇਆ ਕਰੋ ਮਹਾਰਾਜ, ਨਾਮ ਨਾ ਬਿਸਰੇ, ਨਾਮ ਨਾ ਬਿਸਰੇ। ਦਇਆ ਕਰੋ ਮਹਾਰਾਜ, ਨਾਮ ਨਾ ਬਿਸਰੇ, ਨਾਮ ਨਾ ਬਿਸਰੇ। ਬਿਸਰੇ ਨਾਮ ਨਾ ਬਿਸਰੇ, ਦਇਆ ਕਰੋ ਮਹਾਰਾਜ, ਨਾਮ ਨਾ ਬਿਸਰੇ, ਨਾਮ ਨਾ ਬਿਸਰੇ। ਦਇਆ ਕਰੋ ਮਹਾਰਾਜ, ਨਾਮ ਨਾ ਬਿਸਰੇ, ਨਾਮ ਨਾ ਬਿਸਰੇ। ਐਸੀ ਦਇਆ ਕਰੋ ਮਹਾਰਾਜ, ਨਾਮ ਨਾ ਬਿਸਰੇ, ਨਾਮ ਨਾ ਬਿਸਰੇ। ਨਾਮ ਨਾ ਬਿਸਰੇ, ਨਾਮ ਨਾ ਬਿਸਰੇ, ਨਾਮ ਨਾ ਬਿਸਰੇ, ਨਾਮ ਨਾ ਬਿਸਰੇ। ਨਾਮ ਨਾ ਵਿਸਰੇ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਨਾ ਬਿਸਰੇ, ਨਾਮ ਨਾ ਬਿਸਰੇ, ਨਾਮ ਨਾ ਬਿਸਰੇ, ਨਾਮ ਨਾ ਬਿਸਰੇ। ਦਇਆ ਕਰੋ ਮਹਾਰਾਜ, ਨਾਮ ਨਾ ਬਿਸਰੇ, ਨਾਮ ਨਾ ਬਿਸਰੇ। ਐਸੀ ਦਇਆ ਕਰੋ ਮਹਾਰਾਜ, ਨਾਮ ਨਾ ਬਿਸਰੇ, ਨਾਮ ਨਾ ਬਿਸਰੇ। ਐਸੀ ਦਇਆ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਐਸੀ ਦਇਆ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਦਇਆ ਕਰੋ ਮਹਾਰਾਜ, ਨਾਮ ਨਾ ਬਿਸਰੇ, ਨਾਮ ਨਾ ਬਿਸਰੇ। ਐਸੀ ਦਇਆ ਕਰੋ ਮਹਾਰਾਜ, ਨਾਮ ਨਾ ਬਿਸਰੇ, ਨਾਮ ਨਾ ਬਿਸਰੇ। ਲੋਕ ਪਾਵਣੇ ਗੁਰੂ ਪਾਣੀ ਪਿਤਾ, ਮਾਤਾ ਧਰਤ ਮਾਤ। ਰੱਖ ਕੋਏ ਦਾਈ ਦਾਇਆ, ਖੇਲੇ ਸਾਗਲ ਜਗਤ। ਜਗਿਆਈਆਂ ਪ੍ਰਿਆਈਆਂ, ਬਾਚੇ ਧਰਮ ਦੂਰ। ਕਰਨੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਇੰਨੀ ਨਾਮ ਤੇ ਆਇਆ, ਜੈ ਮਸਕਤ ਕਾਲ। ਉਜਲੇ ਕੀਤੀ ਛੁੱਟੀ ਨਾਲ। ਇੰਨੀ ਨਾਮ ਤੇ ਆਇਆ, ਜੈ ਮਸਕਤ ਕਾਲ। ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਜੀਓ ਪਿੰਡ ਸਾਹਿਬ, ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਹੈ ਸੁਖਨੇ। ਕੋਈ ਨਾ ਜਾਣੈ ਤੁਮਰਾ ਅੰਤ, ਸਗਲ ਸਮਗਰੀ। ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸਵਾਰੀ। ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੇ। ਵਾਹਿਗੁਰੂ 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 ਸਾਹਿਬ ਜੀਓ। ਤਿੰਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਤਾਕੋ ਵਿਗਣ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ। ਅਰਦਾਸ ਅਰਦਾਸ ਏਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੇ ਜੀ ਕੇ ਪਾਤਸ਼ਾਹੀ ਦਸਵੇਂ।
ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ। ਅਰਜੁਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠੇ ਸਬਦ ਕੁਜਾਏ। ਗੁਰੂ ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸ਼ਾ ਪਾਤਸ਼ਾਹਾਂ ਦੀ ਜਗਦੀ ਜੋਤ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਹੀ। ਦੇਖ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਸੀ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਤਿਨਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੈ ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਏ ਤੋ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਕਾ ਰਾਖਾ। ਅਕਾਲ ਪੁਰਖ ਵਾਹਿਗੁਰੂ ਬਖਸ਼ਣਾ ਜੀ ਆਪਣੇ ਸਿੱਖਾਂ ਨੂੰ। ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲਣਾ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ। ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਮਹਾਰਾਜ ਜੀਓ ਪ੍ਰਵਾਨ ਕਰਨੀ। ਆਪ ਜੀਆਂ ਦੇ ਦਰੋਂ ਘਰੋਂ ਬਰਸਾਏ ਹੋਏ ਪੂਰਨ ਬ੍ਰਹਮ ਗਿਆਨੀ 111 ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਉਹਨਾਂ ਦੇ ਚਰਨ ਸੇਵਕ 108 ਸ਼੍ਰੀਮਾਨ ਸੰਤ ਬਾਬਾ ਨਾਹਰ ਸਿੰਘ ਜੀ ਮਹਾਰਾਜ ਜੀਆਂ ਦੀ ਸਾਲਾਨਾ 35ਵੀਂ ਵਰਸੀ ਅਤੇ ਉਹਨਾਂ ਦੇ ਚਰਨ ਸੇਵਕ ਸ਼੍ਰੀਮਾਨ ਸੰਤ ਬਾਬਾ ਬੰਦ ਸਿੰਘ ਜੀ ਖੇੜੀ ਗੌੜੀਆਂ ਵਾਲੇ ਮਹਾਂਪੁਰਸ਼ਾਂ ਦੀ ਸਾਲਾਨਾ 14ਵੀਂ ਵਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀਆਂ ਦੇ ਤਪ ਅਸਥਾਨਾਂ ਗੁਰਦੁਆਰਾ ਕਿਰਪਾਲਪੁਰਾ ਸਾਹਿਬ ਵਿਖੇ 1 ਜੁਲਾਈ ਤੋਂ ਲੈ ਕੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ ਜੀ। ਆਪ ਜੀਆਂ ਦੀ ਮਹਾਨ ਕਿਰਪਾ ਹੋਈ। ਰੋਜ਼ਾਨਾ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀਓ ਕਲਯੁਗ ਮੈਂ ਕੀਰਤਨ ਪ੍ਰਧਾਨਾ। ਗੁਰਮੁਖ ਜਪੀਐ ਲਾਏ ਧਿਆਨਾਂ ਦੇ ਮਹਾਵਾਕਾਂ ਅਨੁਸਾਰ ਸੱਚੇ ਪਾਤਸ਼ਾਹ ਜੀਓ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ। ਅੱਜ 27ਵਾਂ ਦੀਵਾਨ ਸੱਚੇ ਪਾਤਸ਼ਾਹ ਜੀਓ ਸਜਾਇਆ ਗਿਆ। ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਾਣੀ ਗੁਰਬਾਣੀ ਗੁਰ ਇਤਿਹਾਸ ਦੀਆਂ ਵਿਚਾਰਾਂ ਹੋਈਆਂ ਜੀ। ਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਤਰੁੱਟੀਆਂ ਅੱਖਰ ਵਾਧਾ ਘਾਟਾ ਹੋ ਜਾਂਦਾ ਜੀ। ਆਪ ਬਖਸ਼ੰਦ ਪਿਤਾ ਹੋ ਬਖਸ਼ ਲੈਣਾ ਅੱਗੋਂ ਵਾਸਤੇ ਸ਼ੁੱਧ ਗੁਰਬਾਣੀ ਸ਼ੁੱਧ ਕੀਰਤਨ ਕਰਨ ਦੀ ਸਮੱਤ ਬਖਸ਼ਣੀ। ਪੜੀ ਸੁਣੀ ਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ। ਬਾਣੀ ਦਾ ਉੱਚ ਭਾਵ ਸਾਡੇ ਸਮੂਹ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਉਣਾ ਜੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ਣੀ। ਦਿਵਸ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਦਾ ਬਤੀਤ ਹੋਇਆ। ਰਾਤਰੀ ਆਈ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਦੀ ਬਤੀਤ ਕਰਾਉਣੀ। ਨਗਰ ਇਲਾਕੇ ਵਿੱਚ ਸੁਖ ਸ਼ਾਂਤੀ ਰੱਖਣੀ। ਸਮੂਹ ਸੰਗਤ ਨੂੰ ਨਾਮ ਜਪਣ ਕਿਰਤ ਕਰਨ ਵੰਡ ਛਕਣ ਦੀ ਦਾਤ ਬਖਸ਼ਣੀ। ਮਹਾਂਪੁਰਸ਼ਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀ ਦੀ ਦਾਤ ਬਖਸ਼ਣੀ। ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਸਿਮਰਨ ਕਰਾਉਣ ਦੇ ਬਲ ਉਦਮ ਬਖਸ਼ਿਸ਼ ਕਰਨੇ। ਜੋ ਮਾਈ ਭਾਈ ਬੱਚੇ ਤਿਲ ਫੁੱਲ ਲੈ ਕੇ ਹਾਜ਼ਰ ਹੋਏ
ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ। ਚੱਲੇ ਹੋਏ ਕਦਮ ਕਦਮ ਲੇਖੇ ਲਾਉਣੇ, ਸਭ ਦੀਆਂ ਮਨੋਕਾਮਨਾ ਪੂਰਨ ਕਰਨੀਆਂ, ਸਭ ਦੇ ਕਾਰਜ ਰਾਸ ਕਰਨੇ। ਆਪਣੇ ਦਰ ਤੋਂ ਨਾਮ ਜਪਣ ਕਿਰਤ ਕਰਨ ਤੇ ਵੰਡ ਛਕਣ ਦੀ ਦਾਤ ਬਖਸ਼ਣੀ ਕਰੋ ਕਿਰਪਾ। ਭੁੱਲਾਂ ਨਾ ਚਿਤਾਰਦੇ ਹੋਏ ਚੱਲਦੇ ਬਾਣੀ ਦੇ ਪ੍ਰਵਾਹ ਵਿੱਚੋਂ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ 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 ਕਰੋ। ਸਹੀ ਗੁਰੂ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਪਾਵਨ ਪਵਿੱਤਰ ਨਾਮ ਚਿੱਤ ਆਵੈ। ਧੰਨ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਚੱਲ ਰਹੇ ਲੜੀਵਾਰ ਸਮਾਗਮ ਦੇ ਵਿੱਚ ਅੱਜ 27ਵਾਂ ਦੀਵਾਨ ਸ਼੍ਰੀਮਾਨ ਸੰਤ ਬਾਬਾ ਰਾਜਵਿੰਦਰ ਸਿੰਘ ਜੀ ਟਿੱਬੇ ਵਾਲੇ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਕੀਰਤਨ ਗੁਰਬਾਣੀ ਗੁਰ ਇਤਿਹਾਸ ਦੀਆਂ ਵਿਚਾਰਾਂ ਸੁਣਾ ਕੇ ਨਿਹਾਲ ਕੀਤਾ। ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀਆਂ ਵੱਲੋਂ ਸਮੂਹ ਸੰਗਤ ਵੱਲੋਂ ਸ਼੍ਰੀਮਾਨ ਸੰਤ ਬਾਬਾ ਰਾਜਵਿੰਦਰ ਸਿੰਘ ਜੀਆਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਸ਼੍ਰੀਮਾਨ ਸੰਤ ਬਾਬਾ ਰਾਜਵਿੰਦਰ ਸਿੰਘ ਜੀਆਂ ਨੂੰ ਕਿ ਉਹ ਗੁਰੂ ਘਰ ਦੀ ਸਰੋਪੇ ਦੀ ਬਖਸ਼ਿਸ਼ ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀਆਂ ਤੋਂ ਲੈਣ ਦੀ ਕਿਰਪਾਲਤਾ ਕਰਨ ਜੀ। ਸ਼੍ਰੀਮਾਨ ਸੰਤ ਬਾਬਾ ਰਾਜਵਿੰਦਰ ਸਿੰਘ ਜੀ ਟਿੱਬੇ ਵਾਲੇ। ਬੋਲੇ ਸੋ ਨਿਹਾਲ। ਸੋ ਬਹੁਤ ਬਹੁਤ ਧੰਨਵਾਦ ਮਹਾਂਪੁਰਸ਼ਾਂ ਦਾ ਜਿਨ੍ਹਾਂ ਨੇ ਸੰਤਾਂ ਮਹਾਂਪੁਰਸ਼ਾਂ ਦੀ ਗੁਰੂਆਂ ਪੀਰਾਂ ਦੀ ਸੰਗਤ ਕਰਨ ਦੀ ਆਪਾਂ ਨੂੰ ਸਾਧ ਸੰਗਤ ਜੀ ਇਤਿਹਾਸ ਸੁਣਾ ਕੇ ਜੁੜਨ ਦੀ ਆਪਾਂ ਨੂੰ ਸੰਗਤ ਦੇ ਨਾਲ ਗੁਰਬਾਣੀ ਦੇ ਨਾਲ ਜੁੜਨ ਦੀ ਸਾਧ ਸੰਗਤ ਜੀ ਸਿੱਖਿਆ ਦਿੱਤੀ। ਆਪਾਂ ਅਜਰਾਨਾ ਹੀ ਸੰਗਤ ਦੇ ਵਿੱਚ ਉਹੀ ਸਿੱਖਣਾ ਕਿ ਸੇਵਾ ਸਿਮਰਨ ਕਿੱਦਾਂ ਹੋਣਾ। ਸੋ ਸਾਧ ਸੰਗਤ ਜੀ ਮਹਾਂਪੁਰਸ਼ਾਂ ਦਾ ਇੱਕ ਵਾਰੀ ਫੇਰ ਅਸਥਾਨ ਤੇ ਪਹੁੰਚਣ ਤੇ ਸਮੂਹ ਸੰਗਤ ਵੱਲੋਂ ਮਹਾਂਪੁਰਸ਼ਾਂ ਵੱਲੋਂ ਜੀ ਆਇਆਂ ਨੂੰ। ਸੋ ਕੱਲ੍ਹ ਨੂੰ ਇਸੇ ਤਰ੍ਹਾਂ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰੇ ਵਾਲੇ ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕਰਨੇ। ਸਾਰੀਆਂ ਸਿੱਖ ਸੰਗਤਾਂ ਨੇ ਇਸੇ ਤਰ੍ਹਾਂ ਭਾਈ ਸਮੇਂ ਤੇ ਪਹੁੰਚ ਕੇ ਲਾਹੇ ਲੈਣੇ। ਹੁਣ ਗੁਰੂ ਮਹਾਰਾਜ ਜੀਆਂ ਦਾ ਪ੍ਰਸ਼ਾਦ ਤੇ ਗੁਰੂ ਕੇ ਲੰਗਰ ਤਿਆਰ ਨੇ। ਸਾਰੀਆਂ ਸਿੱਖ ਸੰਗਤਾਂ ਨੇ ਭਾਈ ਲੋੜ ਮੁਤਾਬਕ ਛਕ ਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਾਣ ਦੀ ਕਿਰਪਾਲਤਾ ਕਰਨੀ। ਜਿਸ ਤਰ੍ਹਾਂ ਹੁਣ ਲਾਹੇ ਲਿੱਤੇ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਆਉਣ ਜਾਣ ਵੇਲੇ ਵੀ ਸਾਧ ਸੰਗਤ ਜੀ ਗੁਰਬਾਣੀ ਗੁਰ ਇਤਿਹਾਸ ਦੇ ਲਾਹੇ ਆਪਾਂ ਨੇ ਲੈਣੇ ਨੇ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।